ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਪੁਨ ਤਟ ਬੈਠੇ ਕਿਰਪਾ ਨਿਧਾਨਾ। ਗਾਵਨ ਲਗਾ ਸ਼ਬਦ ਮਰਦਾਨਾ। ਊਚੀ ਸੁਰ ਸੋਂ ਉਰ ਹਰ ਖਾਇਓ। ਅਧਿਕ ਮਨੋਜ ਰਬਾਬ ਵਜਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵਡਭਾਗੀ ਹੋ ਕਿ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਹਾਜ਼ਰਾਂ ਹਜੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਇਕੱਤਰ ਹੋ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਤਿਗੁਰਾਂ ਦੀ ਜਨਮ ਸਾਖੀ ਦੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਸਤਿਕਾਰ ਅਦਬ ਭਾਵਨਾ ਸਹਿਤ ਸਰਵਣ ਕਰ ਰਹੇ। ਗਰੀਬਨਵਾਜ ਸਤਿਗੁਰੂ ਜਗਨਨਾਥਪੁਰੀ ਪਹੁੰਚੇ ਨੇ। ਜਗਨਨਾਥ ਭਗਵਾਨ ਦੇ ਮੰਦਰ ਦੇ ਦਰ ਤੇ ਸਤਿਗੁਰੂ ਜੀ ਦਰਵਾਜ਼ੇ ਤੇ ਬੈਠੇ ਹਨ। ਸੰਧਿਆ ਦਾ ਸਮਾਂ ਪੰਡੇ ਆਏ ਨੇ ਤੇ ਇਹਨਾਂ ਨੇ ਆਰਤੀ ਗਾਈ ਹੈ। ਆਰਤੀ ਗਾ ਕੇ ਜਦੋਂ ਸਤਿਗੁਰਾਂ ਵੱਲ ਵੇਖਿਆ ਕਿ ਆਰਤੀ 'ਚ ਖਲੋਤੇ ਨਹੀਂ, ਗੁੱਸੇ ਵਿੱਚ ਆ ਕੇ ਸਤਿਗੁਰਾਂ ਨੂੰ ਕਹਿੰਦੇ, ਤੁਸੀਂ ਭਗਵਾਨ ਦੀ ਆਰਤੀ 'ਚ ਖਲੋ ਕੇ ਭਗਵਾਨ ਦਾ ਸਤਿਕਾਰ ਨਹੀਂ ਕੀਤਾ। ਕੀ ਮਤ ਹੈ ਤੁਹਾਡਾ? ਸਤਿਗੁਰੂ ਜੀ ਕਹਿਣ ਲੱਗੇ, ਸਾਡਾ ਮਤ ਇਹ ਹੈ ਕਿ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਰਤੀ ਜਿਹੜੀ ਹੈ ਉਹ ਹਰ ਵੇਲੇ ਹਰ ਵਕਤ ਹਰ ਥਾਂ 'ਤੇ ਹੋ ਰਹੀ ਹੈ। ਅਸੀਂ ਉਸ ਆਰਤੀ ਵਿੱਚ ਆਪਣਾ ਧਿਆਨ ਜੋੜਿਆ। ਕਹਿੰਦੇ ਜੀ ਉਹ ਕਿਹੜੀ ਆਰਤੀ ਹੈ? ਸਤਿਗੁਰੂ ਜੀ ਨੇ ਪਾਵਨ ਸ਼ਬਦ ਆਪਣੇ ਮੁਖਾਰ ਬਿੰਦ 'ਚੋਂ ਉਚਾਰਨ ਕਰਕੇ ਨਾ ਪੰਡਿਆਂ ਨੂੰ ਉਪਦੇਸ਼ ਦਿੱਤਾ ਹੈ। ਔਰ ਵਿਆਪਕ ਆਰਤੀ ਪਾਰ ਬ੍ਰਹਮ ਪਰਮੇਸ਼ਰ ਦੀ ਗਾਈ ਹੈ। ਗगन मैं थाल रब चंद दीपक बने तारका मंडल जनक मोती
ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਭੇਰੀ। ਇਹ ਆਰਤੀ ਜੋ ਅਕਾਲ ਪੁਰਖ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਦੀ ਸਰਬ ਥਾਈ ਹੋ ਰਹੀ ਹੈ। ਮਹਾਰਾਜ ਜੀ ਨੇ ਉਹ ਨਿਰਾਕਾਰ ਸਵਰੂਪ ਵਿੱਚ ਪਰਮੇਸ਼ਰ ਦੀ ਆਰਤੀ ਨੂੰ ਗਾਇਨ ਕੀਤਾ। ਪੰਡਿਆਂ ਨੇ ਸਤਿਗੁਰਾਂ ਦੇ ਬਚਨ ਸੁਣੇ, ਮਹਾਰਾਜ ਜੀ ਦੇ ਚਰਨਾਂ ਤੇ ਝੁਕ ਕੇ ਨਮਸਕਾਰ ਕਰਕੇ ਵੰਦਨਾ ਕਰਕੇ ਕਹਿਣ ਲੱਗੇ, ਮਹਾਰਾਜ ਆਪ ਜੀ ਨੇ ਜੋ ਕਿਹਾ ਇੱਕ ਇੱਕ ਵਾਕ ਸਤ ਹੈ, ਇਸੇ ਤਰ੍ਹਾਂ ਹੀ ਹੈ। ਖਿਮਾ ਕਰਿਓ, ਅਸੀਂ ਅਣਜਾਣ ਪੁਣੇ ਵਿੱਚ ਆਪ ਜੀ ਦੇ ਬਾਬਤ ਤੇ ਬਚਨ ਕਹਿ ਬੈਠੇ ਹਾਂ। ਗੁਰੂ ਚਰਨਾਂ ਵਿੱਚ ਝੁਕ ਕੇ ਇਹਨਾਂ ਨੇ ਪ੍ਰਣਾਮ ਕੀਤੀ ਹੈ, ਨਮਸਕਾਰ ਕੀਤੀ ਹੈ। ਤੋ ਸਤਿਗੁਰੂ ਜੀ 2 ਦਿਨ ਇੱਥੇ ਰਹੇ। ਇਹਨਾਂ ਪੰਡਿਆਂ ਨਾਲ ਵਾਰਤਾਲਾਪ ਹੁੰਦੀ ਰਹੀ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ, ਕਿਉਂਕਿ ਲਾਗੇ ਸਮੁੰਦਰ ਹੈ, ਸਮੁੰਦਰ ਦੇ ਕਿਨਾਰੇ ਗਏ ਨੇ। ਇੱਕ ਰਮਣੀਕ ਸਥਾਨ ਵੇਖ ਕੇ ਸਤਿਗੁਰੂ ਜੀ ਉੱਥੇ ਬੈਠੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪੁਨ ਤਟ ਬੈਠੇ ਕਿਰਪਾ ਨਿਧਾਨਾ। ਕਿਰਪਾ ਦੇ ਖਜ਼ਾਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਮੁੰਦਰ ਦੇ ਕੰਢੇ ਤੇ ਕਿਨਾਰੇ ਤੇ ਬੈਠੇ ਹਨ। ਗਾਵਨ ਲਗਾ ਸ਼ਬਦ ਮਰਦਾਨਾ। ਬੜਾ ਰਮਣੀਕ ਸਥਾਨ ਹੈ, ਇਕਾਂਤ ਹੈ। ਭਾਈ ਸਾਹਿਬ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਦੀ ਇਜਾਜ਼ਤ ਲੈ ਕੇ ਰਬਾਬ ਛੇੜ ਕੇ ਗੁਰਬਾਣੀ ਦਾ ਕੀਰਤਨ ਗਾਇਨ ਕਰਨ ਲੱਗੇ ਹਨ। ਉੱਚੀ ਸੁਰ ਸੋ ਉਰਹਰ ਖਾਇਓ। ਭਾਈ ਮਰਦਾਨਾ ਜੀ ਨੇ ਬੜੀ ਉੱਚੀ ਤਾਨ ਲਾ ਕੇ ਉੱਚੀ ਸੁਰ ਦੇ ਵਿੱਚ, ਉੱਪਰਲਾ ਕਾਲਾ ਜਿਹਨੂੰ ਕਹਿ ਦਿੰਦੇ ਆ, ਇਦਾਂ ਕਹਿ ਦਿੰਦੇ ਹਨ। ਉੱਪਰਲੀ ਸੁਰ ਦੇ ਵਿੱਚ ਭਾਈ ਮਰਦਾਨਾ ਜੀ ਨੇ ਬੜਾ ਰੀਝ ਕੇ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਗਾਇਨ ਕੀਤਾ ਹੈ। ਅਧਿਕ ਮਨੋਜ ਰਬਾਬ ਵਜਾਇਓ। ਭਾਈ ਸਾਹਿਬ ਭਾਈ ਮਰਦਾਨਾ ਜੀ ਰਬਾਬ ਬੜੀ ਸੁੰਦਰ ਵਜਾਉਂਦੇ ਨੇ। ਅੱਜ ਵੀ ਜਦੋਂ ਰਬਾਬ ਵਜਾਈ, ਅਤ ਸੁੰਦਰ ਰਬਾਬ ਵੱਜੀ ਹੈ। ਮਨੋਜ ਕਹਿੰਦੇ ਨੇ ਸੁੰਦਰ ਨੂੰ। ਬੜੀ ਸੁੰਦਰ ਰਬਾਬ ਵੱਜੀ ਹੈ, ਜਿਸ ਰਬਾਬ ਦੀ ਆਵਾਜ਼ ਵਿੱਚੋਂ ਵੀ ਪਰਮੇਸ਼ਰ ਦਾ ਕੀਰਤਨ ਹੁੰਦਾ ਹੈ। ਦੋਹਰਾ ਇਕ ਮਿਰਤਕ ਮਾਨਵ ਪਰਾ ਬ੍ਰਿਕ ਖਾਨ ਤੈ ਆਏ। ਜਿੱਥੇ ਕੀਰਤਨ ਕਰ ਰਹੇ ਸੀ ਉੱਥੇ ਕੁਝ ਦੂਰੀ ਤੇ ਨਿਗਾਹ ਮਾਰੀ ਤੇ ਇੱਕ ਮੁਰਦਾ ਪਿਆ ਹੋਇਆ ਮਨੁੱਖ ਦਾ, ਕਿਉਂਕਿ ਸਮੁੰਦਰ ਦੇ ਪਾਣੀ ਦੇ ਵਿੱਚ ਕਿਤੇ ਕਿਸੇ ਦੀ ਮੌਤ ਹੋਈ ਉਹਦੀ ਲਾਸ਼ ਪਾਣੀ ਦੇ ਵਿੱਚੋਂ ਬਾਹਰ ਨਿਕਲ ਕੇ ਕਿਨਾਰੇ ਤੇ ਪਈ ਹੋਈ ਹੈ। ਉਸ ਮੁਰਦੇ ਨੂੰ ਖਾਣ ਵਾਸਤੇ ਇੱਕ ਬਘਿਆੜ ਆਇਆ। ਬਘਿਆੜ ਹੈ, ਉਸ ਮੁਰਦੇ ਦਾ ਮਾਸ ਖਾਣ ਵਾਸਤੇ ਉਹਦੇ ਨੇੜੇ ਆਇਆ। ਅਧਿਕ ਛੁਦਾ ਜੈ ਕੋ ਲਗੀ ਚੂਮਿਓ ਮਸਤਕ ਜਾਏ। ਉਸ ਬਘਿਆੜ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਹੈ। ਉਸ ਮੁਰਦੇ ਦਾ ਮੱਥਾ ਜਾ ਕੇ ਉਹਨੇ ਸੁੰਘਿਆ। ਜਦੋਂ ਮੁਰਦਾ ਪਿਆ ਵੇਖਿਆ ਨਾ, ਤੇ ਉਸ ਮੁਰਦੇ ਦਾ ਜਿਹੜਾ ਮੱਥਾ ਸੀ ਉਹਨੇ ਜਾ ਕੇ ਸੁੰਘਿਆ ਹੈ। ਚੌਪਈ ਨੈ ਖਾਇਓ ਹਟ ਕਰ ਸੋ ਗਇਓ। ਉਹਨੇ ਉਹ ਪੈਰਾਂ ਵਾਲੇ ਪਾਸਿਓਂ ਹੱਥ ਪੈਰ ਸਾਰੇ ਸੁੰਘੇ, ਉਸ ਮੁਰਦੇ ਦੀ ਪਰਿਕਰਮਾ ਜੀ ਕੀਤੀ ਤੇ ਭੁੱਖਿਆਂ ਹੀ ਚਲਾ ਗਿਆ। ਉਹਨੇ ਉਹ ਮੁਰਦਾ ਨਹੀਂ ਖਾਧਾ। ਬਘਿਆੜ ਨੇ ਆਇਆ ਖਾਣ ਵਾਸਤੇ ਸੀ, ਭੁੱਖਾ ਸੀ ਬਘਿਆੜ, ਪਰ ਉਸ ਮੁਰਦੇ ਨੂੰ ਜਦੋਂ ਉਹਨੇ ਸੁੰਘਿਆ, ਉਹਦਾ ਮੱਥਾ ਸੁੰਘਿਆ, ਉਸੇ ਤਰ੍ਹਾਂ ਹੀ ਵਾਪਸ ਚਲਾ ਗਿਆ। ਉਹਨੇ ਉਸ ਮੁਰਦੇ ਦਾ ਮਾਸ ਨਹੀਂ ਖਾਧਾ। ਦੂਰ ਜਾਏ ਪੁਨ ਆਵਤ ਪਇਓ। ਔਰ ਕਹਿੰਦੇ ਉਸ ਵਕਤ
ਉਹ ਬਗਿਆੜ ਕੁਝ ਦੂਰੀ ਤੇ ਚਲਾ ਗਿਆ, ਮੁੜ ਕੇ ਫੇਰ ਆ ਗਿਆ ਮੁਰਦੇ ਕੋਲ। ਪਗ ਕਰ ਉਰ ਸੂੰਗਾ ਤੈ ਸਾਰਾ। ਫੇਰ ਇਸ ਮੁਰਦੇ ਦੇ ਪੈਰ ਸੁੰਘਣ ਲੱਗ ਪਿਆ, ਹੱਥ ਸੁੰਘਣ ਲੱਗ ਪਿਆ, ਉਹਦੇ ਸਰੀਰ ਦੇ ਅੰਗ ਸੁੰਘਦਾ ਹੈ। ਬਿਨ ਖਾਏਗਾ ਬਨੇ ਮਝਾਰਾ। ਫਿਰ ਬਿਨਾਂ ਖਾਧਿਆਂ ਹੀ ਵਾਪਸ ਚਲਾ ਗਿਆ, ਜੰਗਲ ਦੇ ਵਿੱਚ ਦੂਰ ਨਿਕਲ ਗਿਆ। ਸ਼੍ਰੀ ਪ੍ਰਭ ਸੋ ਬੂਜਤ ਮਰਦਾਨਾ। ਭਾਈ ਸਾਹਿਬ ਭਾਈ ਮਰਦਾਨਾ ਜੀ ਇਹ ਸਭ ਕੁਝ ਵੇਖ ਰਹੇ ਸਨ। ਵੇਖ ਕੇ ਭਾਈ ਮਰਦਾਨਾ ਜੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪੁੱਛਦੇ ਹਨ, ਮਿਰਤਕ ਕੋ ਬ੍ਰਿਕ ਕੀਨ ਨ ਖਾਨਾ। ਮਹਾਰਾਜ ਜੀ ਇਹ ਕੀ ਖੇਡ ਹੈ, ਸਮਝ ਨਹੀਂ ਆਈ ਕਿ ਇਹ ਜਿਹੜਾ ਮੁਰਦਾ ਪਿਆ ਸੀ, ਮੁਰਦਾ ਖਾਣ ਵਾਸਤੇ ਬਗਿਆੜ ਹੋਇਆ। ਇੱਕ ਵਾਰੀ ਸੁੰਘ ਕੇ ਚਲਾ ਗਿਆ, ਦੁਬਾਰਾ ਫੇਰ ਆਇਆ, ਹੱਥ ਪੈਰ ਸੁੰਘ ਕੇ ਫੇਰ ਚਲਾ ਗਿਆ। ਉਸ ਬਗਿਆੜ ਨੇ ਇਸ ਮੁਰਦੇ ਦਾ ਮਾਸ ਨਹੀਂ ਖਾਧਾ, ਖਾਧੇ ਬਿਨਾਂ ਹੀ ਵਾਪਸ ਚਲਾ ਗਿਆ। ਸੂੰਗ ਹਟਿਓ ਕਿਉਂ ਕਈਏ ਸੁਆਮੀ। ਉਹ ਕੱਲਾ ਸੁੰਘ ਕੇ ਹੀ ਵਾਪਸ ਪਰਤ ਗਿਆ। ਮਹਾਰਾਜ ਇਹਦਾ ਕੀ ਕਾਰਨ ਹੋ ਸਕਦਾ? ਉਹਨੇ ਇਸ ਮੁਰਦੇ ਦਾ ਮਾਸ ਭਲਾ ਕਿਉਂ ਨਹੀਂ ਖਾਧਾ? ਇਹਦਾ ਕੀ ਕਾਰਨ ਹੋ ਸਕਦਾ ਹੈ? ਕੱਟ ਕੱਟ ਕੇ ਤੁਮੇ ਅੰਤਰ ਜਾਮੀ। ਮਹਾਰਾਜ ਉਸ ਬਗਿਆੜ ਦੇ ਅੰਦਰ ਜੋ ਚੱਲ ਰਿਹਾ ਤੁਸੀਂ ਉਹ ਵੀ ਜਾਣਦੇ ਹੋ, ਕਿਉਂਕਿ ਤੁਸੀਂ ਘਟ ਘਟ ਦੇ ਅੰਦਰ ਦੀ ਜਾਣਨ ਵਾਲੇ ਅੰਤਰਜਾਮੀ ਹੋ। ਸਰਬ ਜੀਵਾਂ ਦੇ ਦਿਲਾਂ ਵਿੱਚ ਕੀ ਚੱਲਦਾ ਉਹ ਤੁਸੀਂ ਜਾਣਦੇ ਹੋ। ਮਹਾਰਾਜ ਉਸ ਬਗਿਆੜ ਦੇ ਅੰਦਰ ਕੀ ਚੱਲਦਾ ਹੈ, ਉਹਦੇ ਅੰਦਰ ਕੀ ਫੁਰਨਾ ਆਇਆ ਹੋਵੇਗਾ, ਹੇ ਜਾਣੀ ਜਾਣ ਸੁਆਮੀ ਸਤਿਗੁਰੂ ਜੀ ਤੁਸੀਂ ਉਹ ਵੀ ਜਾਣਦੇ ਹੋ। ਕਿਰਪਾ ਕਰਕੇ ਦੱਸੋ ਕਿ ਉਹ ਬਗਿਆੜ ਇਸ ਤਰ੍ਹਾਂ ਖਾਲੀ ਕਿਉਂ ਪਰਤ ਗਿਆ, ਉਹਨੇ ਇਸ ਮੁਰਦੇ ਦਾ ਮਾਸ ਕਿਉਂ ਨਹੀਂ ਖਾਧਾ? ਸੁਨ ਮਰਦਾਨੇ ਸ਼ਬਦ ਜੁਗਾਇਓ। ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿੰਦੇ ਭਾਈ ਮਰਦਾਨਾ ਜੀ ਤੁਸੀਂ ਜੋ ਗੁਰਬਾਣੀ ਦਾ ਸ਼ਬਦ ਗਾਇਨ ਕੀਤਾ ਹੈ, ਕੀਰਤਨ ਗਾਇਨ ਕੀਤਾ ਹੈ, ਜਾਂ ਤੇ ਹਿਰਦਾ ਸੁੱਧ ਹੋਏ ਆਇਓ। ਤੁਹਾਡੇ ਵੱਲੋਂ ਕੀਤੇ ਗਏ ਕੀਰਤਨ ਦੀ ਆਵਾਜ਼ ਉਸ ਬਗਿਆੜ ਦੇ ਕੰਨਾਂ ਵਿੱਚ ਪਈ ਹੈ। ਬਗਿਆੜ ਨੇ ਉਹ ਗੁਰਬਾਣੀ ਦਾ ਕੀਰਤਨ ਸੁਣਿਆ ਹੈ ਤੁਹਾਡੀ ਰਸਨਾ ਤੋਂ। ਉਸ ਕੀਰਤਨ ਦਾ ਅਸਰ ਉਸ ਬਗਿਆੜ ਦੇ ਮਨ ਤੇ ਹੋਇਆ ਔਰ ਉਹਦਾ ਮਨ ਸ਼ੁੱਧ ਹੋ ਗਿਆ। ਗੁਰਬਾਣੀ ਦਾ ਅਸਰ ਤੁਸੀਂ ਜਦੋਂ ਗਾਇਨ ਕੀਤੀ ਹੈ ਤਾਂ ਇਹਦਾ ਅਸਰ ਇੱਕ ਜਾਨਵਰ ਨੇ ਵੀ ਕਬੂਲ ਕੀਤਾ, ਇੱਕ ਪਸ਼ੂ ਨੇ ਵੀ ਕਬੂਲ ਕੀਤਾ। ਬਗਿਆੜ ਦੇ ਮਨ ਉੱਤੇ ਗੁਰਬਾਣੀ ਦੇ ਕੀਰਤਨ ਦਾ ਅਸਰ ਹੋਇਆ, ਜਿਸ ਕਰਕੇ ਉਹਦਾ ਮਨ ਸ਼ੁੱਧ ਹੋ ਗਿਆ। ਪਾਪ ਪੁੰਨ ਕੋ ਪਇਓ ਵਿਚਾਰਾ। ਉਹਦੇ ਅੰਦਰ ਚੇਤਨਤਾ ਆ ਗਈ ਹੈ, ਜਿਵੇਂ ਕਿਸੇ ਮਨੁੱਖ ਵਿੱਚ ਚੇਤਨਤਾ ਹੁੰਦੀ ਹੈ, ਏਦਾਂ ਦੀ ਚੇਤਨਤਾ ਆ ਗਈ। ਉਹਨੇ ਹੁਣ ਪਾਪ ਤੇ ਪੁੰਨ ਦੀ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ। ਬਗਿਆੜ ਦੇ ਅੰਦਰ ਪਾਪ ਤੇ ਪੁੰਨ ਦੀ ਵਿਚਾਰ ਜਿਹੜੀ ਹੈ ਉਹ ਚੱਲ ਪਈ ਹੈ। ਭਖ ਅਪਖੇ ਲਖਿਓ ਆਹਾਰਾ। ਉਹਨੇ ਵੇਖ ਲਿਆ ਕਿ ਕਿਹੜਾ ਖਾਣਾ ਖਾਣਾ, ਕਿਹੜਾ ਨਹੀਂ ਖਾਣਾ। ਭਖ ਤੇ ਅਪਖ ਦੀ ਵਿਚਾਰ ਉਹਨੇ ਆਪਣੇ ਹਿਰਦੇ ਵਿੱਚ ਕਰ ਲਈ ਹੈ। ਦੋਹਰਾ ਮਿਰਤਕ ਬੇਮੁਖ ਨਾਮ ਤੇ ਨੈ ਕੀਨੋ ਸਤ ਸੰਗ। ਉਹਨੇ ਜਦੋਂ ਮੁਰਦੇ ਦਾ ਮਾਸ ਖਾਣ ਦੀ ਇੱਛਾ ਕੀਤੀ, ਭੁੱਖਾ ਸੀ, ਸੋਝੀ ਉਹਦੇ ਅੰਦਰ ਹੋ ਚੁੱਕੀ ਸੀ, ਵਿਚਾਰ ਉਹਦੇ ਅੰਦਰ ਚੱਲ ਚੁੱਕੀ ਸੀ। ਉਹਨੇ ਵੇਖਿਆ ਕਿ ਜਿਹੜਾ ਮੁਰਦਾ ਪਿਆ ਇਹਨੇ ਕਦੇ ਸਾਰੀ ਜ਼ਿੰਦਗੀ 'ਚ ਸੰਗਤ ਨਹੀਂ ਕੀਤੀ। ਉਹਨੇ ਸੁੰਘ ਕੇ ਵੇਖਿਆ, ਪੜਤਾਲ ਕੀਤੀ ਹੈ ਕਿ ਇਹਨੇ ਸਾਰੀ ਜ਼ਿੰਦਗੀ ਸਤਸੰਗ ਨਹੀਂ ਕੀਤਾ, ਕਦੇ ਪਰਮੇਸ਼ਰ ਦਾ ਭਜਨ ਨਹੀਂ ਕੀਤਾ, ਹੱਥਾਂ ਨਾਲ ਕਦੇ ਸੇਵਾ ਨਹੀਂ ਕੀਤੀ, ਪੈਰਾਂ ਨਾਲ ਚੱਲ ਕੇ ਕਦੇ ਕਿਤੇ ਸਤਸੰਗ ਵਿੱਚ ਨਹੀਂ ਗਿਆ। ਆਂਖ ਨ ਦਰਸਿਓ ਸੰਤ ਕਬ ਰਿਦੇ ਨ ਹਰ ਕੋ ਰੰਗ। ਆਪਣੀਆਂ ਅੱਖਾਂ ਨਾਲ ਕਦੇ ਕਿਸੇ ਮਹਾਂਪੁਰਸ਼ ਮਹਾਤਮਾ ਦੇ ਸੰਗਤ ਦੇ ਦਰਸ਼ਨ ਨਹੀਂ ਕੀਤੇ, ਹਿਰਦੇ ਵਿੱਚ ਕਦੇ ਪਰਮੇਸ਼ਰ ਦੀ ਪ੍ਰੀਤ ਨੂੰ ਨਹੀਂ ਵਸਾਇਆ, ਇਹਦੇ ਅੰਦਰ ਪਰਮੇਸ਼ਰ ਦੇ ਭਜਨ ਦਾ ਵੀ ਕੋਈ ਰੰਗ ਨਹੀਂ ਸੀ। ਇਹ ਸਾਖਤ ਸੀ ਰੱਜ ਕੇ ਜਿਹੜਾ ਇਹ ਮੁਰਦਾ ਪਿਆ ਹੋਇਆ ਹੈ। ਚੌਪਈ ਹਸਤਨ ਸੋ ਕਬ ਟੈਲ ਨ ਕੀਨੀ। ਇਹਦੇ ਹੱਥ ਵੀ ਅਪਵਿੱਤਰ ਸੀ, ਕਿਉਂਕਿ ਇਹਨੇ ਆਪਣੇ ਹੱਥਾਂ ਨਾਲ ਕਦੇ ਕਿਸੇ
ਮਹਾਂਪੁਰਸ਼ ਦੀ ਕਿਸੇ ਅਭਿਆਗਤ ਦੀ ਸੇਵਾ ਟਹਿਲ ਨਹੀਂ ਸੀ ਕੀਤੀ। ਹਰ ਜਸ ਧੁਨ ਸ਼ਰਵਨਨ ਨੈ ਦੀਨੀ। ਤੇ ਨਾ ਹੀ ਆਪਣਿਆਂ ਕੰਨਾਂ ਦੇ ਨਾਲ ਹਰੀ ਜਸ ਸੁਣਿਆ ਸੀ, ਨਾ ਕੀਰਤੀ ਸੁਣੀ ਸੀ, ਪਰਮੇਸ਼ਰ ਦਾ ਭਜਨ ਨਹੀਂ ਸੀ ਸੁਣਿਆ। ਜਾਣੇ ਸਭੈ ਅੰਗ ਅਪ ਬਘਿਆੜ ਨੇ ਜਾਣਿਆ ਹੈ। ਇਸ ਖਾਵਨ ਤੇ ਹੋਏ ਅਦੋਗਤ। ਉਹਨੇ ਜਾਣ ਲਿਆ ਕਿ ਜੇ ਇਹੋ ਜੇ ਸਾਕਤ ਦਾ ਮਾਸ ਮੈਂ ਖਾਵਾਂਗਾ ਤੇ ਮੈਂ ਆਪ ਖੁਦ ਅਧੋਗਤੀ ਨੂੰ ਪ੍ਰਾਪਤ ਹੋਵਾਂਗਾ। ਇਹ ਨਾ ਖਾਣ ਯੋਗ ਮਾਸ ਹੈ, ਅਪਵਿੱਤਰ ਹੈ, ਮਲੀਨ ਹੈ। ਇਹ ਜਾਣ ਕੇ ਉਹਨੇ ਇਸ ਮਾਸ ਨੂੰ ਨਹੀਂ ਭਖਿਆ, ਨਹੀਂ ਖਾਧਾ। ਜਾਂ ਤੇ ਤਜਿਓ ਸੁਨੋ ਮਰਦਾਨਾ। ਇਸ ਕਰਕੇ ਮਰਦਾਨਿਆ ਉਹ ਬਘਿਆੜ ਇਸ ਮੁਰਦੇ ਦਾ ਮਾਸ ਖਾਧੇ ਬਿਨਾਂ ਵਾਪਸ ਪਰਤ ਗਿਆ। ਇਹੀ ਮੂਲ ਕਾਰਨ ਹੈ। ਬਿਨਾ ਨਾਮ ਕਬ ਹੋਏ ਕਲਿਆਣਾ। ਮਰਦਾਨਿਆ ਇਹ ਗੱਲ ਯਾਦ ਰੱਖੀ, ਇੱਥੋਂ ਇਹ ਸਿਧਾਂਤ ਪ੍ਰਾਪਤ ਹੁੰਦਾ ਹੈ ਕਿ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜੀਵ ਦੀ ਕਲਿਆਣ ਨਹੀਂ ਹੁੰਦੀ। ਨਿਰੰਕਾਰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਜੀਵ ਦੀ ਕਲਿਆਣ ਨਹੀਂ ਹੁੰਦੀ। ਨੇਫਲ ਨਰ ਸ਼ਰੀਰ ਹੈ ਸੋਈ। ਜਿਹੜਾ ਨਾਮ ਨਹੀਂ ਜਪਦਾ, ਸੰਗਤ ਨਹੀਂ ਕਰਦਾ, ਸੇਵਾ ਸਿਮਰਨ ਨਹੀਂ ਕਰਦਾ, ਉਹਦੀ ਸਾਰੀ ਦੇਹ, ਉਹਦਾ ਸਾਰਾ ਜਨਮ ਨਿਸ਼ਫਲ ਬਤੀਤ ਹੁੰਦਾ ਹੈ। ਉਹਦੀ ਦੇਹ ਵੀ ਨਿਸ਼ਫਲ, ਉਹਦਾ ਜਨਮ ਵੀ ਨਿਸ਼ਫਲ ਹੈ। ਜਿਨ ਕਬਉ ਸਤ ਸੰਗ ਨ ਜੋਈ। ਜਿਨ੍ਹਾਂ ਨੇ ਕਦੇ ਸਤ ਸੰਗ ਨਹੀਂ ਕੀਤਾ, ਸਤ ਸੰਗਤ ਦੇ ਦਰਸ਼ਨ ਨਹੀਂ ਕੀਤੇ, ਨਾਮ ਜਪਨ ਨਰ ਜਗ ਮੈਂ ਆਇਓ। ਉਹਨਾਂ ਦੀ ਦੇਹ ਨਿਸ਼ਫਲ ਹੈ, ਉਹਨਾਂ ਦੀ ਦੇਹ ਪਵਿੱਤਰ ਹੈ। ਮਹਾਰਾਜ ਜੀ ਕਹਿੰਦੇ ਸੰਸਾਰ ਵਿੱਚ ਇਸ ਜੀਵ ਦਾ ਜਨਮ ਵੀ ਪਰਮੇਸ਼ਰ ਦਾ ਭਜਨ ਕਰਨ ਵਾਸਤੇ ਹੋਇਆ ਹੈ। ਭਈ ਪ੍ਰਾਪਤ ਮਾਨਕ ਦੇਹੋਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਇਹ ਪਰਮੇਸ਼ਰ ਦਾ ਭਜਨ ਕਰਨ ਵਾਸਤੇ ਦੇਹ ਮਿਲੀ ਹੈ। ਇਹ ਜਨਮ ਹੀ ਪਰਮੇਸ਼ਰ ਦੀ ਇਬਾਦਤ ਵਾਸਤੇ ਹੋਇਆ ਹੈ। ਭੂਲਿਓ ਤਾਈ ਵਿਸ਼ੇ ਲਪਟਾਇਓ। ਪਰ ਮਨੁੱਖ ਇਸ ਗੱਲ ਨੂੰ ਭੁੱਲ ਕੇ ਕਿ ਮੈਂ ਭਜਨ ਕਰਨ ਵਾਸਤੇ ਆਇਆ, ਇਹ ਗੱਲ ਇਹਨੂੰ ਭੁੱਲ ਗਈ ਹੈ ਔਰ ਇਹਨੂੰ ਭੁੱਲ ਕੇ ਵਿਸ਼ਿਆਂ ਵਿਕਾਰਾਂ ਵਿੱਚ ਲੰਪਟ ਹੋ ਰਿਹਾ ਹੈ। ਇਹ ਵਿਕਾਰਾਂ ਦੇ ਵਿੱਚ ਖਚਤ ਹੋ ਰਿਹਾ ਹੈ। ਸੁਨ ਕੈ ਨਮੋ ਕੀਨ ਮਰਦਾਨੀ। ਮਰਦਾਨਿਆ ਇਸ ਕਰਕੇ ਇਹਦੀ ਦੇਹ ਅਪਵਿੱਤਰ ਸੀ। ਉਹਨੂੰ ਸੋਝੀ ਹੋ ਗਈ ਬਘਿਆੜ ਨੂੰ, ਉਹਨੇ ਇਹਦਾ ਮਾਸ ਅੰਗੀਕਾਰ ਨਹੀਂ ਕੀਤਾ। ਉਹਨਾਂ ਦੇ ਸਰੀਰ ਪਵਿੱਤਰ ਹੋ ਜਾਂਦੇ ਨੇ। ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਨਣਾ ਗੁਰ ਨਾਉ, ਸਤਿਗੁਰ ਸੇਤੀ ਰਤੀਐ, ਦਰਗਹਿ ਪਾਈਐ ਠਾਉ। ਭਾਈ ਉਹਨਾਂ ਦੇ ਸਰੀਰ ਦੇ ਅੰਗ ਸਫਲੇ ਹੋ ਜਾਂਦੇ ਆ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਦਾ ਕਥਨ ਹੈ, ਮਾਨਸ ਜਨਮ ਦੁਲੰਭ ਹੈ, ਮਾਨਸ ਜਨਮ ਅਮੁੱਲ ਹੈ, ਹੋਏ ਅਮੁੱਲ ਸਾਧ ਸੰਗ ਪਾਏ, ਅੱਖੀਂ ਦੋਏ ਨਿਰਮੋਲਕਾ, ਸਤਿਗੁਰ ਦਰਸ ਧਿਆਨ ਲਿਵ ਲਾਏ। ਜਿਹਵਾ ਸ਼ਰਵਣ ਅਮੁੱਲ ਹੈ, ਸ਼ਬਦ ਸੁਰਤ ਸੁਣ ਸਮਝ ਸੁਣਾਏ, ਹਸਤ ਚਰਨ ਨਿਰਮੋਲਕਾ, ਗੁਰਮੁਖ ਮਾਰਗ ਸੇਵ ਕਮਾਏ। ਮਸਤਕ ਹਸਤ ਚਰਨ ਨਿਰਮੋਲਕਾ, ਗੁਰਮੁਖ ਮਾਰਗ ਸੇਵ ਕਮਾਏ। ਗੁਰਮੁਖ ਹਿਰਦਾ ਅਮੁੱਲ ਹੈ, ਅੰਦਰ ਗੁਰ ਉਪਦੇਸ਼ ਵਸਾਏ, ਪਤ ਪਰਵਾਣਾ ਤੋਲ ਤੁਲਾਏ। ਉਹਨਾਂ ਦੇ ਸਰੀਰ ਦੇ ਅੰਗ ਸਫਲੇ ਤੇ ਪਵਿੱਤਰ ਹੋ ਜਾਂਦੇ ਹਨ। ਜਿਹੜੇ ਨੇਤਰਾਂ ਨਾਲ ਗੁਰੂ ਕੇ ਦਰਸ਼ਨ ਕਰਨ, ਕੰਨਾਂ ਨਾਲ ਗੁਰੂ ਕੀ ਬਾਣੀ ਨੂੰ ਸੁਣਨ, ਰਸਨਾ ਦੁਆਰਾ ਸਤਿਗੁਰਾਂ ਦੀ ਪਾਵਨ ਬਾਣੀ ਤੇ ਪਰਮੇਸ਼ਰ ਦੇ ਭਜਨ ਨੂੰ ਗਾਇਨ ਕਰਨ, ਹੱਥਾਂ ਨਾਲ ਸਤ ਸੰਗੀਆਂ ਦੀ, ਸਤ ਸੰਗਤ ਦੀ, ਗੁਰਸਿੱਖਾਂ ਦੀ, ਗੁਰੂ ਦੀ ਸੇਵਾ ਕਰਨ, ਪੈਰਾਂ ਨਾਲ ਚੱਲ ਕੇ ਆਪਣੇ ਸਤਿਗੁਰਾਂ ਦੇ ਪਾਵਨ ਸਥਾਨਾਂ ਦੀ ਯਾਤਰਾ ਕਰਨ, ਉਹਨਾਂ ਦੇ ਸਰੀਰ ਦੇ ਅੰਗ ਸਫਲੇ ਹੋ ਜਾਂਦੇ ਨੇ। ਤੇ ਮਰਦਾਨਿਆਂ, ਜਿਨ੍ਹਾਂ ਨੇ ਕਦੇ ਆਪਣੇ ਸਰੀਰ ਨੂੰ ਇਸ ਪਾਸੇ ਨਹੀਂ ਲਾਇਆ ਔਰ ਸਾਕਤ ਤਾਈ ਤੇ ਦੁਰਜਨ ਤਾਈ ਵਿੱਚ ਹੀ ਸਾਰੀ ਜ਼ਿੰਦਗੀ ਬਤੀਤ ਕੀਤੀ ਹੈ, ਉਹਨਾਂ ਦੇ ਸਰੀਰ ਨਿਸ਼ਫਲ ਹੁੰਦੇ ਹਨ। ਸੁਨ ਕੇ ਨਮੋ ਕੀਨ ਮਰਦਾਨੀ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਸੁਣ ਕੇ ਭਾਈ ਸਾਹਿਬ, ਭਾਈ ਮਰਦਾਨਾ ਜੀ ਨੇ ਸੀਸ ਝੁਕਾ ਕੇ
ਗੁਰੂ ਚਰਨਾਂ ਵਿੱਚ ਪ੍ਰਣਾਮ ਤੇ ਨਮਸਕਾਰ ਕੀਤੀ ਹੈ। ਧੰਨ ਪ੍ਰਭੂ ਸਚ ਕਰਤ ਬਖਾਨੇ। ਹੇ ਪ੍ਰਭੂ ਜੀ ਤੁਸੀਂ ਧੰਨ ਹੋ, ਧੰਨ ਹੋ ਮਹਾਰਾਜ ਸੱਚੇ ਪਾਤਸ਼ਾਹ, ਜੋ ਕਹਿ ਰਹੇ ਹੋ ਸੱਚ ਹੈ। ਆਪ ਜੀ ਦਾ ਇੱਕ ਇੱਕ ਵਾਕ ਸੱਚ ਹੈ। ਅਪਰਥਾਨ ਪੁਨ ਕੀਨ ਪਿਆਨਾ। ਇਹ ਕੁਝ ਸਮੇਂ ਲਈ ਵਾਰਤਾਲਾਪ ਹੋਈ ਤੇ ਸਤਿਗੁਰੂ ਜੀ ਇੱਥੋਂ ਅੱਗੇ ਚੱਲ ਪਏ। ਆਵਾ ਕਾਨਨ ਅਧਿਕ ਪਿਆਨਾ। ਸਮੁੰਦਰ ਦਾ ਹੀ ਕੰਢਾ ਕੰਢਾ ਚੱਲਦਿਆਂ ਇੱਕ ਜੰਗਲ 'ਚ ਪਹੁੰਚੇ ਹਨ। ਬੜਾ ਭਿਆਨਕ ਬੀਆਬਾਨ ਕੋਹਾਂ ਤੱਕ ਉਜਾੜ ਜੰਗਲ ਹੈ। ਕਹਾਂ ਜਾਏ ਬੈਠੇ ਗੁਣ ਖਾਨੀ। ਉਸ ਭਿਆਨਕ ਜੰਗਲ ਦੇ ਵਿੱਚ ਗੁਣਾਂ ਦੀ ਖਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਾ ਕੇ ਬੈਠ ਗਏ। ਜਿਉ ਹੋਈ ਤਿਉ ਸੁਨੋ ਕਹਾਣੀ। ਉੱਥੇ ਬੈਠਿਆਂ ਜੋ ਹੋਇਆ ਉਹ ਵੀ ਸੁਣੋ। ਜਦੋਂ ਪਾਤਸ਼ਾਹ ਬੈਠ ਗਏ ਭਾਈ ਬਾਲਾ ਜੀ ਕਹਿੰਦੇ ਸੁਣੋ ਉੱਥੇ ਜੋ ਹੋਇਆ ਜੋ ਬੀਤਿਆ। ਤੈਂ ਛਿਨ ਉੱਠੀ ਵਿਸਾਲ ਅੰਧੇਰੀ। ਇੱਕਦਮ ਬੈਠਿਆਂ ਬੈਠਿਆਂ ਬੜੀ ਭਿਆਨਕ ਹਨੇਰੀ ਚੱਲ ਪਈ। ਬੜੀ ਤੇਜ਼ ਹਨੇਰੀ ਵੀ ਜਿਹੜੀ ਦਰਖਤਾਂ ਨੂੰ ਵੀ ਜੜੋਂ ਪੁੱਟੀ ਜਾਂਦੀ ਸੀ। ਇਤਨੀ ਭਿਆਨਕ ਹਨੇਰੀ ਚੱਲੀ ਹੈ। ਪੈਦਾਇਕ ਆਰੁਨ ਰੰਗ ਗੇਰੀ। ਔਰ ਬੜੀ ਭੈਦਾਇਕ ਡਰਾਵਣੀ ਹਨੇਰੀ ਹੈ। ਲਾਲ ਰੰਗ ਦੀ ਹਨੇਰੀ ਹੈ। ਅਧਿਕ ਪ੍ਰਬੰਜਨ ਜੋਰ ਲਗਾਵਾ। ਔਰ ਬਹੁਤ ਤੇਜ਼ੀ ਨਾਲ ਹਵਾ ਚੱਲਦੀ ਹੈ। ਪੂਰਾ ਤਾਣ ਲਾ ਕੇ ਹਨੇਰੀ ਚੱਲ ਰਹੀ ਹੈ। ਕੰਕਰ ਧੂਰ ਉਡੀ ਨਭ ਛਾਵਾ। ਉਸ ਚੱਲ ਰਹੀ ਹਨੇਰੀ ਨਾਲ ਕੰਕਰ ਉੱਡਦੇ ਨੇ, ਪੱਥਰ ਉੱਡਦੇ ਨੇ ਜਿਹੜੇ ਆਕਾਸ਼ ਵਿੱਚ ਚੜੇ ਹੋਏ ਹਨ। ਦੋਹਰਾ ਬਿਰਖ ਚਲੇ ਜੈ ਸੰਗ ਉੱਡ ਹੋਇਓ ਤਿਮਰ ਗੁਬਾਰ। ਇੰਨੀ ਤੇਜ਼ ਹਨੇਰੀ ਹੈ ਕਿ ਉਸ ਹਨੇਰੀ ਦੇ ਚੱਲਣ ਨਾਲ ਦਰਖਤ ਵੀ ਉੱਡ ਗਏ ਹੈ। ਦਰਖਤ ਵੀ ਆਪਣੀ ਜਗ੍ਹਾ ਨੂੰ ਛੱਡ ਕੇ ਧਰਤੀ ਤੋਂ ਜੜੋਂ ਪਟੀ ਕੇ ਉੱਡਣ ਲੱਗੇ ਨੇ। ਇੰਨੀ ਤੇਜ਼ੀ ਨਾਲ ਹਨੇਰੀ ਦਾ ਪ੍ਰਵਾਹ ਚੱਲ ਰਿਹਾ ਹੈ। ਹਾਥ ਪਸਾਰ ਨ ਸੂਝਈ ਦੁਖ ਬੋ ਦੇਵਨ ਹਾਰ। ਇੰਨੀ ਹਨੇਰੀ ਆ ਵੀ ਦਿਨ ਦੇ ਸਮੇਂ ਮਾਨੋ ਜਿਵੇਂ ਹਨੇਰਾ ਪੈ ਗਿਆ ਹੋਵੇ। ਦਿਨ ਦਾ ਵੇਲਾ ਪਰ ਇੰਜ ਜਾਪਦਾ ਜਿਵੇਂ ਹਨੇਰਾ ਪੈ ਗਿਆ ਹੋਵੇ, ਇੰਨਾ ਅੰਧਕਾਰ ਹੈ। ਹੱਥ ਪਸਾਰਿਆ ਹੋਇਆ ਹਨੇਰੀ ਤੇ ਮਿੱਟੀ ਘੱਟੇ ਕਰਕੇ ਨਜ਼ਰ ਨਹੀਂ ਆਉਂਦਾ। ਚੋਪਈ ਜਬ ਮਰਦਾਨੇ ਤੈਂ ਦਿਸ਼ ਦੇਖਾ। ਭਾਈ ਮਰਦਾਨਾ ਜੀ ਦੀ ਨਿਗਾਹ ਉਸੇ ਅੰਧਕਾਰ ਤੇ ਹਨੇਰੀ ਵਿੱਚ ਪਈ ਤੇ ਵੇਖਿਆ। ਹਿਰਦੈ ਮਦ ਪੈ ਕੀਨ ਵਿਸ਼ੇਖਾ। ਇਹੋ ਜੀ ਇੱਕ ਡਰਾਉਣੀ ਸ਼ੈ ਭਾਈ ਮਰਦਾਨੇ ਨੇ ਉਸ ਹਨੇਰੀ 'ਚ ਵੇਖੀ ਹੈ ਕਿ ਵੇਖ ਕੇ ਇੱਕ ਵਾਰੀ ਭਾਈ ਸਾਹਿਬ ਜੀ ਦਾ ਹਿਰਦਾ ਡਰਿਆ। ਆਨਨ ਪਰ ਅੰਬਰ ਕੋ ਪਾਇਓ। ਇੱਕਦਮ ਆਪਣੇ ਚਿਹਰੇ ਤੇ ਕੱਪੜਾ ਲੈ ਲਿਆ ਭਾਈ ਮਰਦਾਨੇ ਨੇ। ਕੱਪੜਾ ਲੈ ਕੇ ਆਪਣਾ ਚਿਹਰਾ ਢੱਕ ਲਿਆ। ਪੜਿਓ ਭੂਮ ਵਿਖੇ ਅਕੁਲਾਇਓ। ਔਰ ਚਾਦਰਾ ਲੈ ਕੇ ਨਾ ਚਿਹਰੇ ਤੇ ਜ਼ਮੀਨ ਤੇ ਲੇਟ ਗਏ ਭਾਈ ਮਰਦਾਨਾ ਜੀ ਤੇ ਬੜੇ ਵਿਆਕੁਲ ਹਨ। ਸ਼੍ਰੀ ਨਾਨਕ ਸੋ ਬਚਨ ਉਚਾਰੇ। ਜ਼ਮੀਨ ਤੇ ਲੇਟਿਆਂ ਲੇਟਿਆਂ ਹੀ ਮੂੰਹ ਤੇ ਕੱਪੜਾ ਲਿਆ ਹੋਇਆ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਭਾਈ ਮਰਦਾਨਾ ਜੀ ਕਹਿਣ ਲੱਗੇ, ਬਾਡਿਓ ਧਿਆਨ ਆਨ ਕਹਿ ਮਾਰੇ। ਮਹਾਰਾਜ ਜੀ ਬੜੇ ਭਿਆਨਕ ਜੰਗਲ 'ਚ ਲਿਆ ਕੇ ਮਾਰਨ ਲੱਗੇ ਜੇ। ਮਰਦਾਨਾ ਇਦਾਂ ਹੀ ਬੋਲਿਆ, ਮਹਾਰਾਜ ਏਡਾ ਭਿਆਨਕ ਜੰਗਲ ਹੈ ਤੇ ਇਸ ਭਿਆਨਕ ਜੰਗਲ ਵਿੱਚ ਲਿਆ ਕੇ ਮਾਰਨ ਲੱਗੇ ਹੋ। ਗੌਰ ਕਫਨ ਤੇ ਪੀ ਹੋ ਰਹਾ। ਮਹਾਰਾਜ ਜੀ ਇਉਂ ਜਾਪਦਾ ਵੀ ਨਾ ਇੱਥੇ ਮੇਰੀ ਕੋਈ ਮੜੀ ਕਬਰ ਦਾ ਪ੍ਰਬੰਧ ਹੋਣਾ, ਨਾ ਕਫਨ ਦਫਨ ਦਾ। ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਲਿਆ ਕੇ ਤੁਸੀਂ ਹੁਣ ਮਾਰਨ ਲੱਗੇ ਹੋ ਇੱਥੇ ਜੰਗਲ 'ਚ, ਇੱਥੇ ਹੁਣ ਗੌਰ ਕਫਨ ਦਾ ਵੀ ਕੋਈ ਪ੍ਰਬੰਧ ਨਹੀਂ ਹੋਣਾ ਜਾਪਦਾ। ਇਹਾਂ ਆਨ ਬੋ ਤੋ ਦੁੱਖ ਲਹਾ। ਇੱਥੇ ਆ ਕੇ ਤਾਂ ਮਹਾਰਾਜ ਬੜਾ ਭਿਆਨਕ ਦੁੱਖ ਪ੍ਰਾਪਤ ਹੋ ਰਿਹਾ ਹੈ। ਬਿਗਸਤ ਸ਼੍ਰੀ ਮੁਖ ਧੀਰਜ ਦੀਨਾ। ਮਹਾਰਾਜ ਜੀ ਹੱਸ ਪਏ ਤੇ ਹੱਸ ਕੇ ਮਰਦਾਨੇ ਨੂੰ ਧੀਰਜ ਦਿੰਦਿਆਂ ਬੋਲੇ, ਕਹਿਣ ਲੱਗੇ, ਕਿਉਂ ਮਰਦਾਨੇ ਤੈਂ ਭੈ ਕੀਨਾ। ਪਾਤਸ਼ਾਹ ਕਹਿੰਦੇ, ਮਰਦਾਨਿਆਂ ਕਿਉਂ ਡਰਦਾ, ਕਿਉਂ ਭੈ ਭੀਤ ਹੋ ਰਿਹਾ ਹੈ? ਨਹੀਂ ਸਮੀਪ ਆਏ ਕਛ ਤੇਰੇ। ਤੇਰੇ ਨੇੜੇ ਨਹੀਂ ਜੇ ਆਉਂਦਾ ਕੁਝ, ਫਿਕਰ ਨਾ ਕਰ ਤੂੰ।
ਕਿਉਂ ਡਰਦਾ ਤੂੰ, ਕਿਉਂ ਭੈ ਭੀਤ ਹੁੰਨਾ? ਇਹ ਤੇਰੇ ਨੇੜੇ ਨਹੀਂ ਆਉਂਦਾ। ਕਿਉਂ ਤੂੰ ਪਇਓ ਅਧੀਰ ਕਨੇਰੇ, ਤੂੰ ਕਿਉਂ ਆਪਣੇ ਮਨ ਦਾ ਧੀਰਜ ਤਿਆਗਦਾ ਹੈ? ਸੁਨੋ ਪ੍ਰਭੂ ਮੁਝ ਕੰਪ ਕਨੇਰਾ। ਸੁਣ ਕੇ ਕਹਿਣ ਲੱਗਾ ਮਹਾਰਾਜ ਕੀ ਕਰਾਂ, ਇਹੋ ਜਿਹਾ ਡਰਾਉਣਾ ਵੀ ਵੇਖ ਕੇ ਕੰਬਾ ਲੱਗਾ ਹੋਇਆ। ਮੇਰਾ ਤਾਂ ਹਿਰਦਾ ਕੰਬੀ ਜਾਂਦਾ, ਸਰੀਰ ਕੰਬੀ ਜਾਂਦਾ। ਐਸਾ ਸੀਤ ਨਾ ਮੈਂ ਕਬ ਹੀਰਾ। ਮਹਾਰਾਜ ਇਹੋ ਜੀ ਚੀਜ਼, ਇਹੋ ਜੀ ਸ਼ੈ ਮੈਂ ਅੱਜ ਤਾਈਂ ਕਦੇ ਵੇਖੀ ਨਹੀਂ। ਮਹਾਰਾਜ ਮੈਂ ਤਾਂ ਕੌਡੇ ਨੂੰ ਵੇਖ ਕੇ ਨਹੀਂ ਡਰਿਆ ਸੀ, ਇਹੋ ਜਿਹਾ ਭਿਆਨਕ ਰੂਪ ਇਹਦਾ ਜਿਹੜਾ ਮੈਂ ਹੁਣ ਵੇਖ ਰਿਹਾ। ਏਦਾਂ ਦੀ ਸ਼ੈ ਤਾਂ ਮੈਂ ਅੱਜ ਤਾਈਂ ਨਹੀਂ ਵੇਖੀ। ਜੀਵ ਲੈਣ ਇਹ ਆਏ ਅੰਧੇਰੀ। ਮਹਾਰਾਜ ਇਹ ਜਿਹੜੀ ਹਨੇਰੀ ਜੀ ਆਈ ਹੈ, ਇਹਦੇ ਵਿੱਚ ਜਿਹੜਾ ਕੁਝ ਨਜ਼ਰ ਆ ਰਿਹਾ ਹੈ, ਏਦਾਂ ਜਾਪਦਾ ਵੀ ਇਹ ਜਮਕਾਲ ਤਾਂ ਨਹੀਂ ਹੁੰਦਾ ਜਿਹੜਾ ਜੀਵ ਦੀ ਜਿੰਦ ਕੱਢਣ ਆਉਂਦਾ ਹੁੰਦਾ। ਮਹਾਰਾਜ ਕਿਤੇ ਉਹ ਤਾਂ ਨਹੀਂ ਆਇਆ ਹੋਇਆ। ਭਾਈ ਆਰਬਲ ਪੂਰਨ ਮੇਰੀ। ਕਿਤੇ ਐਸਾ ਤਾਂ ਨਹੀਂ ਮਹਾਰਾਜ ਇਹ ਜਿਹੜਾ ਜਮ ਮੈਨੂੰ ਹੀ ਦਿਸਦਾ ਹੋਵੇ, ਮੈਨੂੰ ਨਜ਼ਰ ਆ ਰਿਹਾ ਹੋਵੇ ਕਿ ਮੇਰੀ ਉਮਰ ਮਹਾਰਾਜ ਜੀ ਪੂਰੀ ਤਾਂ ਨਹੀਂ ਹੋ ਗਈ। ਜਿੰਨੀ ਵਾਹਿਗੁਰੂ ਨੇ ਸਵਾਸਾਂ ਦੀ ਪੂੰਜੀ ਦਿੱਤੀ ਸੀ ਕਿਤੇ ਉਹ ਮੁੱਕ ਤਾਂ ਨਹੀਂ ਚੱਲੀ ਅੱਜ ਮਹਾਰਾਜ। ਮੈਨੂੰ ਤਾਂ ਇਉਂ ਡਰ ਲੱਗਦਾ ਹੈ। ਪੁਨ ਸੋ ਦੈਂਤ ਦੇਹ ਧਾਰੇ ਆਵਾ। ਇਹ ਬਚਨ ਹੋ ਹੀ ਰਹੇ ਸਨ ਕਿ ਉਹਦੇ ਵਿੱਚੋਂ ਇੱਕ ਡਰਾਉਣੀ ਸ਼ਕਲ ਵਾਲਾ ਦਾਨਵ ਨਜ਼ਰ ਆਉਂਦਾ ਹੈ। ਸਿਰ ਨਭ ਪਗ ਪਤਾਲ ਬਨਾਵਾ। ਜਿਹਦਾ ਬੜਾ ਵੱਡਾ ਆਕਾਰ ਹੈ, ਸਿਰ ਆਕਾਸ਼ ਤੱਕ ਲੱਗਾ ਹੋਇਆ ਹੈ, ਮੂੰਹ ਵੀ ਉਹਦਾ ਬਹੁਤ ਵਿਸਥਾਰ ਵਾਲਾ ਹੈ। ਦੀਰਘ ਦਾਂਤ ਭਿਆਨਕ ਰੂਪਾ। ਬੜਾ ਭਿਆਨਕ ਕੋਝਾ ਰੂਪ ਹੈ ਇਸ ਦਾ। ਨਾਸਾਂ ਕਰਨ ਬਨੇ ਤਮ ਕੂਪਾ। ਕਹਿੰਦੇ ਇਹਦੀਆਂ ਨਾਸਾਂ ਤੇ ਇਹਦੇ ਕੰਨ ਇਉਂ ਜਾਪਦੇ ਨੇ ਜਿਵੇਂ ਕੋਈ ਪਹਾੜਾਂ ਦੀਆਂ ਕੰਧਰਾਂ ਹੋਣ। ਮੁਖ ਉਗਾਰ ਮਰਦਾਨੇ ਦੇਖਾ। ਭਾਈ ਮਰਦਾਨੇ ਨੇ ਚਿਹਰੇ ਤੋਂ ਚਾਦਰਾ ਜਿਹਾ ਲਾ ਕੇ ਜਦੋਂ ਵੇਖਿਆ, ਭਇਓ ਹਿਰਦੇ ਪੈ ਭੀਤ ਵਿਸ਼ੇਖਾ। ਫਿਰ ਇੱਕਦਮ ਚਿਹਰਾ ਢੱਕ ਲਿਆ ਤੇ ਬੜਾ ਡਰਿਆ ਭੈ ਭੀਤ ਹੋਇਆ। ਤੈਂ ਅੰਧੇਰੀ ਤੇ ਬਚ ਰਹੇ। ਮਹਾਰਾਜ ਜੀ ਹਨੇਰੀ ਤੋਂ ਤਾਂ ਬਚ ਗਏ ਸੀ। ਪਹਿਲਾਂ ਹਨੇਰੀ ਕੱਲੀ ਚੱਲਦੀ ਸੀ, ਚਾਦਰਾ ਲੈ ਕੇ ਕੱਜ ਕੇ ਮੂੰਹ ਪੈ ਗਏ। ਫਿਰ ਬੋਲੇ ਮਹਾਰਾਜ ਹਨੇਰੀ ਤੋਂ ਤਾਂ ਬਚ ਗਏ ਸੀ। ਅਬ ਇਹ ਦੈਂਤ ਖਾਵਨੋ ਚਾਏ। ਮਹਾਰਾਜ ਆ ਜਿਹੜੀ ਬਲਾ ਆਈ ਆ ਹੁਣ ਇਹ ਨਹੀਂ ਛੱਡਦੀ ਲੱਗਦਾ। ਇਹ ਹੁਣ ਖਾਵੇਗੀ, ਸਾਨੂੰ ਭੱਖੇਗੀ। ਗੁਰੂ ਪਨੇ ਇਹ ਹੈ ਕਿਛ ਨਾਈ। ਮਹਾਰਾਜ ਜੀ ਕਹਿੰਦੇ ਮਰਦਾਨਿਆ ਇਹ ਕੁਝ ਵੀ ਨਹੀਂ ਜੋ ਆਇਆ, ਇਹ ਕੁਝ ਵੀ ਨਹੀਂ। ਇਹ ਗੁਰੂ ਕੇ ਸਿੱਖਾਂ ਵਾਸਤੇ ਨਹੀਂ ਹੈ, ਦੁਨੀਆ ਵਾਸਤੇ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਕੁਝ ਵੀ ਨਹੀਂ, ਗੁਰੂ ਕੇ ਸਿੱਖਾਂ ਵਾਸਤੇ ਨਹੀਂ ਹੈ, ਦੁਨੀਆ ਵਾਸਤੇ ਹੈ। ਮਰਦਾਨਿਆ ਇਹ ਕੁਝ ਵੀ ਨਹੀਂ ਜੋ ਤੈਨੂੰ ਦਿਸਦਾ ਹੈ। ਨਿਕਟ ਨ ਆਵੇ ਜਾਏ ਪਰਾਹੀ। ਇਹ ਨਹੀਂ ਆਉਂਦਾ ਤੇਰੇ ਨੇੜੇ, ਇਹ ਦੂਰੋਂ ਹੀ ਚਲਾ ਜਾਏਗਾ, ਭੱਜ ਜਾਏਗਾ। ਵਾਹਿਗੁਰੂ ਕੈ ਧੀਰਜ ਕਰੀਏ। ਤੂੰ ਵਾਹਿਗੁਰੂ ਵਾਹਿਗੁਰੂ ਜਪ ਤੇ ਧੀਰਜ ਰੱਖ ਆਪਣੇ ਹਿਰਦੇ ਵਿੱਚ। ਕਹਤੇ ਤਨਕ ਨ ਤਰਾਸ ਵਿਚਰੀਏ। ਅਸੀਂ ਤੇਰੇ ਕੋਲ ਬੈਠੇ ਆਂ, ਕਿਸੇ ਤੋਂ ਭੈ ਨਾ ਰੱਖ ਆਪਣੇ ਮਨ 'ਚ, ਕਿਸੇ ਦਾ ਵੀ ਤਨਕ ਮਾਤਰ ਵੀ ਡਰ ਨਾ ਰੱਖ। ਕਲ ਯੁਗ ਅਗਨ ਵੇਖ ਤਨ ਤਾਰਾ। ਮਰਦਾਨਿਆ ਇਹ ਕਲਯੁਗ ਹੈ, ਅੱਗ ਦਾ ਭੇਖ ਬਣਾ ਕੇ ਆਇਆ ਸਾਨੂੰ ਡਰਾਉਣ ਵਾਸਤੇ। ਇਹ ਕਲਯੁਗ ਹੈ, ਇਹ ਅਗਨ ਦਾ ਭੇਖ ਬਣਾ ਕੇ ਆਇਆ। ਤੂੰ ਮੁੱਠਿਓ ਚੋਂ ਤਰਫੇ ਅਪਾਰਾ। ਆ ਜਿਹੜੀ ਲਾਲ ਰੰਗ ਦੀ ਹਨੇਰੀ ਉੱਡਦੀ ਆ, ਇਹ ਧੂਆਂ ਉੱਡਦਾ ਹੈ, ਇਹਦਾ ਕਲਯੁਗ ਦਾ ਹੀ ਧੂਆਂ ਹੈ। ਮੁਖ ਟੱਪ ਪੋੜਰਿਓ ਮਰਦਾਨਾ। ਮਰਦਾਨਾ ਕਹਿੰਦਾ ਮਹਾਰਾਜ ਮੈਂ ਤਾਂ ਨਹੀਂ ਇਹਨੂੰ ਵੇਖਦਾ। ਚਿਹਰਾ ਚਾਦਰੇ ਨਾਲ ਹੀ ਕੱਜ ਕੇ ਮਹਾਰਾਜ ਫਿਰ ਮੈਂ ਨਹੀਂ ਵੇਖਦਾ ਜਿਹੜਾ ਤੁਸੀਂ ਦੱਸਦੇ ਹੋ ਵੀ ਇਹ ਕਲਯੁਗ ਹੈ। ਮਹਾਰਾਜ ਇਹਨੂੰ ਵੇਖ ਕੇ ਤਾਂ ਤਰਾਸ ਆਉਂਦਾ, ਡਰ ਆਉਂਦਾ। ਚਿਹਰਾ ਕੱਜ ਕੇ ਭਾਈ ਮਰਦਾਨਾ ਜੀ ਪਏ ਰਹੇ। ਅਚਰਜ ਦੇਖ ਅਧਿਕ ਭੈ ਮਾਨਾ। ਬੜਾ ਆਸ਼ਚਰਜ ਰੂਪ ਸੀ ਉਹਦਾ ਤੇ ਭੈ ਭੀਤ ਵੀ ਹੁੰਦੇ ਨੇ। ਦੋਹਰਾ ਅਗਨ ਵੇਖ ਕੋ ਤਿਆਗ ਕੈ ਘਟਾ ਬੜੀ ਪੁੰਨ ਹੋਏ। ਕਹਿੰਦੇ ਅੱਗ ਦਾ ਰੂਪ ਤਿਆਗ ਕੇ ਇਹਨੇ ਹੁਣ ਜਿਵੇਂ ਬੱਦਲ ਦੀ ਘਟਾ ਹੁੰਦੀ ਹੈ ਏਦਾਂ ਦਾ ਰੂਪ ਬਣਾਇਆ। ਕਰਤ ਪਰਖ ਨਾ ਗੁਰੂ ਕੀ ਕਲ ਯੁਗ ਆਵਤ ਸੋਏ। ਇਹ ਕਲਯੁਗ ਇਹੋ ਜਿਹਾ ਭੇਖ ਬਣਾ ਕੇ ਸਤਿਗੁਰਾਂ ਦੀ ਪਰਖਣਾ ਕਰਦਾ ਹੈ।
ਗੁਰੂ ਪਾਤਸ਼ਾਹ ਜੀ ਨੂੰ ਪਰਖਣ ਵਾਸਤੇ ਆਇਆ ਹੈ। ਚੌਪਈ ਪੀ ਕਾਲੀ ਕਟਾ ਨਿਸਾ ਸਮਾਨਾ। ਕਾਲੀ ਘਟਾ ਆਕਾਸ਼ ਵਿੱਚ ਛਾਈ ਜਿਵੇਂ ਰਾਤ ਪੈ ਗਈ ਹੋਵੇ। ਦਾਮਨ ਚਮਕਤ ਮਨੋ ਕਿਰਪਾਨਾ। ਵਿੱਚ ਬਿਜਲੀ ਚਮਕਦੀ ਆ ਮਾਨੋ ਜਿਵੇਂ ਕੋਈ ਸ਼੍ਰੀ ਸਾਹਿਬ ਕਿਰਪਾਨ ਚਮਕਦੀ ਹੋਵੇ। ਕਰ ਕਾ ਕੋਬਰ ਖਾਏ ਬਿਸਾਲਾ। ਇਹਨੇ ਗੜਿਆਂ ਦਾ ਮੀਂਹ ਪਾਉਣਾ ਸ਼ੁਰੂ ਕਰ ਦਿੱਤਾ। ਪਾਹਨ ਸਮ ਭਾਰੀ ਤੈ ਕਾਲਾ। ਮੋਟੇ ਮੋਟੇ ਬਰਫ਼ ਦੇ ਜਿਹੜੇ ਮਾਨੋ ਜਿਵੇਂ ਪੱਥਰ ਹੀ ਹੁੰਦੇ ਆ ਉਹ ਵਰਾਉਣੇ ਸ਼ੁਰੂ ਕਰ ਦਿੱਤੇ। ਧਰ ਧੀਰਜ ਗੁਰ ਤਹਾਂ ਸੁਹਾਏ। ਪਾਤਸ਼ਾਹ ਅਡੋਲ ਬੈਠੇ ਰਹੇ, ਵੇਖੀ ਜਾਂਦੇ ਨੇ ਕਲਯੁਗ ਦਾ ਇਹੋ ਜਿਹਾ ਅਸਰ। ਨਿਕਟ ਕਛੂ ਛੋਹਿਨਾ ਨੈ ਪਾਏ। ਉਹ ਜਿੰਨੇ ਕੰਕਰ ਵਰਾਉਂਦਾ, ਜਿੰਨੇ ਬਰਫ਼ ਦੇ ਗੜੇ ਪਾ ਰਿਹਾ, ਸਤਿਗੁਰਾਂ ਦੇ ਨੇੜੇ ਨਹੀਂ ਡਿੱਗਦੇ, ਪਾਤਸ਼ਾਹ ਜੀ ਤੋਂ ਦੂਰ ਦੂਰ ਹੀ ਪੈਂਦੇ ਹਨ। ਤਬ ਕਲ ਯੁਗ ਨੈ ਨਿਸ਼ਚੇ ਜਾਨੀ। ਪੂਰਾ ਜ਼ੋਰ ਲਾ ਹਟਿਆ, ਇਹਨੇ ਵੇਖ ਲਿਆ ਤੇ ਕਲਯੁਗ ਦੇ ਮਨ 'ਚ ਵੀ ਨਿਸ਼ਚਾ ਆ ਗਿਆ ਹੈ ਅਵਤਾਰ ਰੂਪ ਗੁਣ ਖਾਨੀ। ਕਿ ਇਹ ਅਵਤਾਰ ਨੇ ਹੁਣ ਸਮੇਂ ਦੇ, ਇਸ ਸਮੇਂ ਦੇ ਅਵਤਾਰ ਨੇ, ਗੁਣਾਂ ਦੀ ਖਾਨ ਹਨ। ਮਾਨੁਖ ਰੂਪ ਧਾਰ ਪੁਨ ਆਇਓ। ਕਹਿੰਦੇ ਕਲਯੁਗ ਨੇ ਹੁਣ ਆਪਣਾ ਮਨੁੱਖੀ ਸਰੂਪ ਧਾਰਨ ਕੀਤਾ। ਪਹਿਲਾਂ ਜਾਣ ਬੁੱਝ ਕੇ ਉਦਾਂ ਦਾ ਡਰਾਉਣਾ ਜਿਹਾ ਰੂਪ ਬਣਾਇਆ ਸੀ ਪਰਖਣ ਵਾਸਤੇ, ਹੁਣ ਮਾਨਵੀ ਸਰੀਰ ਦੇ ਵਿੱਚ ਚੱਲ ਕੇ ਆਇਆ। ਅਧਿਕ ਬਦਨ ਤੇ ਅਗਨ ਬਮਾਇਓ। ਔਰ ਇਹਦੇ ਸਰੀਰ ਚੋਂ ਅੱਗ ਨਿਕਲਦੀ ਹੈ, ਅੱਗ ਨਿਕਲ ਰਹੀ ਹੈ, ਕਿਉਂਕਿ ਪਾਤਸ਼ਾਹ ਦੇ ਬਚਨ ਨੇ ਕਲਯੁਗ ਰਥ ਅਗਨ ਕਾ ਕੂੜ ਅੱਗੈ ਰਥਵਾਹੋ। ਕਲਯੁਗ ਦਾ ਰਥ ਅੱਗ ਦਾ ਹੈ। ਇਹ ਜਿਹੜੇ ਰਥ ਤੇ ਸਵਾਰ ਹੋ ਕੇ ਚੱਲਦਾ ਉਹ ਰਥ ਅੱਗ ਦਾ ਹੈ, ਤੇ ਇਸ ਰਥ ਨੂੰ ਹੱਕਣ ਵਾਲਾ ਹੈ ਝੂਠ, ਰਥਵਾਈਆ। ਦਰਅਸਲ ਕਲਯੁਗ ਦੇ ਵਿੱਚ ਜੀਵ ਅੱਗ ਨਾਲ ਹੀ ਭਰੇ ਹੋਏ ਨੇ ਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਜਨਮ ਸਾਖੀ ਤੋਂ ਅੰਦਰ ਦੀ ਖੇਡ ਸਮਝਣ ਦਾ ਯਤਨ ਕਰਿਓ। ਕਲਯੁਗ ਦਾ ਜਿਹੜਾ ਸਰੂਪ ਵਰਣਨ ਹੋ ਰਿਹਾ, ਦਰਅਸਲ ਅੱਜ ਦੇ ਸਮੇਂ ਦੇ ਮਨੁੱਖ ਦਾ ਸਰੂਪ ਵਰਣਨ ਹੋ ਰਿਹਾ ਹੈ। ਕਹਿੰਦੇ ਜਿਹੜਾ ਕਲਯੁਗ ਆਇਆ ਇਹਦਾ ਸਰੀਰ ਅੱਗ ਦਾ ਹੈ, ਇਹਦੇ ਸਰੀਰ 'ਚ ਅੱਗ ਭਖਦੀ ਹੈ। ਤੇ ਜੀਵਾਂ ਦੇ ਸਰੀਰ ਵੀ ਜਿੰਨੇ ਵੀ ਅੱਜ ਕੱਲ ਦੇ ਵਰਤਮਾਨ ਦੇ ਸਮੇਂ 'ਚ ਵੇਖੀਏ, ਸਾਡੇ ਵੀ ਤਾਂ ਵਿਕਾਰਾਂ ਦੀ ਅੱਗ ਨਾਲ ਹੀ ਧੁੱਕ ਰਹੇ ਨੇ ਸਰੀਰ। ਅਗਨੀ ਤਾਂ ਬਲ ਰਹੀ ਹੈ, ਕ੍ਰੋਧ ਦੀ ਅੱਗ ਹੈ, ਵਿਕਾਰਾਂ ਦੀ ਅੱਗ ਹੈ, ਵਿਸ਼ਿਆਂ ਦੀ ਅੱਗ ਹੈ, ਉਹ ਬਾਲੀ ਰਹੀ ਹੈ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਤਾਪੀ ਰਹੇ ਹਾਂ, ਵਿਸ਼ਿਆਂ ਵਿਕਾਰਾਂ ਦੀ ਅੱਗ 'ਚ ਭੋਜੀ ਰਹੇ ਹਾਂ। ਇਹਦੇ 'ਚ ਕਿਹੜਾ ਕੋਈ ਦੋ ਰਾਏ ਹੈ। ਇਹ ਜਿਹੜਾ ਕਲਯੁਗ ਹੈ, ਕਹਿੰਦੇ ਇਹਦਾ ਤਨ ਅੱਗ ਦਾ ਹੈ, ਅਗਨੀ ਦੇ ਨਾਲ ਜਿਵੇਂ ਲਾਲ ਸੁਰਖ ਹੋਇਆ ਹੋਵੇ। ਦੇਹ ਕੰਚ ਕੀ ਜਾਏ ਸਵਾਰੀ। ਇਹਦੀ ਸੋਨੇ ਦੀ ਸਵਰਣੀਏ ਦੇਹ ਨਜ਼ਰ ਆਉਂਦੀ ਹੈ, ਤੇ ਤਪਦੀ ਹੋਈ ਜਿਵੇਂ ਅੱਗ ਦਾ ਰੰਗ ਹੁੰਦਾ ਨਾ ਸੋਨੇ ਵਰਗਾ, ਏਦਾਂ ਨਜ਼ਰ ਆਉਂਦਾ ਹੈ। ਏਕ ਹੱਥ ਮੈਂ ਜਿਹਵਾ ਤਾਰੀ। ਕਲਯੁਗ ਦਾ ਜਿਹੜਾ ਇਹ ਸਵਰੂਪ ਹੈ, ਮਨੁੱਖ ਦਾ ਸਰੀਰ ਬਣ ਕੇ ਆਇਆ ਹੈ, ਇੱਕ ਹੱਥ ਦੇ ਵਿੱਚ ਇਹਨੇ ਆਪਣੀ ਜੀਭ ਫੜੀ ਹੋਈ, ਲੰਮੀ ਜੀ ਜੀਭ ਹੈ, ਉਹ ਜੀਭ ਇਹਨੇ ਆਪਣੇ ਹੱਥ ਵਿੱਚ ਫੜੀ ਹੋਈ, ਇੱਕ ਵਿੱਚ ਆਵਾ ਸਨਮੁਖ ਜੈ ਜਗਨਾਥਾ। ਔਰ ਇੱਕ ਹੱਥ ਦੇ ਵਿੱਚ ਇੰਦਰੀ ਫੜੀ ਹੋਈ ਹੈ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਨਮੁਖ ਚੱਲ ਕੇ ਆਇਆ ਹੈ। ਬਿਗਸਤ ਮੁਖ ਤੇ ਕੈ ਸੁਖ ਰਾਸਾ। ਸਤਿਗੁਰੂ ਸੱਚੇ ਪਾਤਸ਼ਾਹ ਇਹਦੇ ਵੱਲ ਵੇਖ ਕੇ ਮੁਸਕਰਾਏ, ਤੇ ਮੁਸਕਰਾ ਕੇ ਗਰੀਬ ਨਵਾਜ ਪਾਤਸ਼ਾਹ ਜੀ ਬੋਲੇ, ਮਰਦਾਨੇ ਉੱਠ ਦੇਖ ਤਮਾਸ਼ਾ। ਮਰਦਾਨੇ ਨੇ ਚਿਹਰੇ ਤੇ ਚਾਦਰਾ ਜਿਹਾ ਲਿਆ ਹੋਇਆ। ਮਹਾਰਾਜ ਕਹਿੰਦੇ ਮਰਦਾਨਿਆਂ ਲਾ ਹੁਣ ਚਾਦਰਾ ਚਿਹਰੇ ਤੋਂ, ਵੇਖ ਤਮਾਸ਼ਾ ਲਾ ਦੇ, ਹੁਣ ਤਾਂ ਹਟ ਗਈ ਹਨੇਰੀ, ਹੁਣ ਨਹੀਂ ਪਈ ਉੱਡਦੀ ਮਿੱਟੀ ਘਟਾ। ਆ ਚਿਹਰੇ ਤੋਂ ਚਾਦਰਾ ਲਾ, ਡਰਨ ਦੀ ਕੋਈ ਲੋੜ ਨਹੀਂ, ਵੇਖ ਤਮਾਸ਼ਾ। ਸਾਵਧਾਨ ਹੋਏ ਧੀਰਜ ਤਰੀਏ। ਸਾਵਧਾਨ ਹੋ ਕੇ ਬੈਠ ਤੇ ਧੀਰਜ ਰੱਖ। ਕਾਹੂ ਤਨਕ ਨ ਤਰਾਸ ਵਿਚਰੀਏ। ਕਿਸੇ ਦਾ ਡਰ ਭੈ ਤੈਨੂੰ ਰੱਖਣ ਦੀ ਲੋੜ ਨਹੀਂ। ਆਨ ਕਲੀ ਤਬ ਬੰਧਨ ਕਰਕੇ। ਭਾਈ ਮਰਦਾਨਾ ਜੀ ਉੱਠ ਕੇ ਬਹਿ ਗਏ। ਇੰਨੇ ਨੂੰ ਜਿਹੜਾ ਕਲਯੁਗ ਸੀ ਉਹ ਸਤਿਗੁਰਾਂ ਦੇ ਕੋਲ ਆਇਆ ਤੇ ਮਹਾਰਾਜ ਜੀ ਨੂੰ ਬੰਦਨਾ ਕਰਕੇ ਪਾਤਸ਼ਾਹ ਦੇ ਸਨਮੁਖ ਬੈਠ ਗਿਆ। ਬੋਲਿਓ ਨਿਜ ਅਪਰਾਧ ਵਿਚਰ ਕੇ। ਕਲਯੁਗ ਨੇ ਹੱਥ ਜੋੜੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦਿਆਂ ਕਿ ਮੈਂ ਅਪਰਾਧ ਕੀਤਾ ਹੈ, ਆਪਣਾ ਅਪਰਾਧ ਗੁਣ ਕੇ ਸਤਿਗੁਰਾਂ ਦੇ ਸਨਮੁਖ ਬੋਲਿਆ, ਬਖਸ਼ੋ ਖਤਾ
ਜਿਤੀ ਮੈਂ ਕੀਨੀ। ਮਹਾਰਾਜ ਜੀ ਬਖਸ਼ ਲਓ ਮੇਰੀ ਖਤਾ ਜੋ ਮੈਂ ਕੀਤੀ ਹੈ। ਮੈਂ ਜੋ ਖਤਾ ਕੀਤੀ ਆ, ਅਪਰਾਧ ਕੀਤਾ ਮਹਾਰਾਜ, ਕਿਰਪਾ ਕਰਕੇ ਬਖਸ਼ ਲਵੋ। ਰਾਵਰ ਕੀ ਮੈਂ ਮਾਨੈ ਚੀਨੀ। ਮਹਾਰਾਜ ਮੈਂ ਤੁਹਾਡੀ ਮਹਿਮਾ ਤੋਂ ਅਣਜਾਣ ਸੀ। ਅਬ ਇਸ ਸਮੇਂ ਮੋਰ ਸਿਕਦਾਰੀ। ਮਹਾਰਾਜ ਹੁਣ ਮੇਰਾ ਸਮਾਂ, ਮੈਂ ਕਲਯੁਗ ਹਾਂ, ਮੇਰੀ ਸਿਕਦਾਰੀ ਹੈ, ਮੈਂ ਸਰਦਾਰ ਆ ਇਸ ਸਮੇਂ ਦਾ, ਕਲਯੁਗ ਦਾ ਮੇਰਾ ਇਹ ਸਮਾਂ, ਤੇ ਮੇਰੀ ਹੁਣ ਸਿਕਦਾਰੀ ਆ, ਸਰਦਾਰੀ ਹੈ। ਦੀਨੀ ਤੁਮ ਨਿਜ ਕਰੁਣਾ ਧਾਰੀ। ਤੇ ਨਾਲੇ ਮਹਾਰਾਜ ਇਹ ਸਰਦਾਰੀ ਵੀ ਤੁਹਾਡੀ ਦਿੱਤੀ ਹੋਈ ਆ, ਤੁਸੀਂ ਕਿਰਪਾ ਕਰਕੇ ਮੈਨੂੰ ਬਖਸ਼ੀ ਹੈ। ਅਬ ਲੱਛਣ ਨਰ ਜੈਸੇ ਕਰਈ। ਜਿਹੋ ਜੇ ਲੱਛਣ ਹੁਣ ਦੇ ਮੇਰੇ ਸਮੇਂ ਵਿੱਚ ਮਨੁੱਖਾਂ ਦੇ ਹਨ, ਜੈਸੇ ਲੱਛਣ ਮੇਰੇ ਸਮੇਂ ਦੇ ਵਿੱਚ ਮਨੁੱਖਾਂ ਦੇ ਹਨ, ਤੈਸੇ ਬੇਕ ਆਇਓ ਮੈਂ ਧਰਹੀ। ਮੈਂ ਉਸੇ ਤਰ੍ਹਾਂ ਦਾ ਭੇਸ ਬਣਾ ਕੇ ਆਇਆ ਤੁਹਾਡੇ ਪਾਸ, ਜਿਸ ਤਰ੍ਹਾਂ ਦੇ ਲੱਛਣ ਨੇ ਨਾ ਅੱਜ ਦੇ ਮੇਰੇ ਸਮੇਂ ਵਿੱਚ। ਮੈਂ ਕਲਯੁਗ ਆ ਮਹਾਰਾਜ, ਮੇਰਾ ਸਮਾਂ ਹੁਣ ਮੇਰੀ ਸਕਦਾਰੀ ਆ, ਤੁਹਾਡੀ ਦਿੱਤੀ ਹੋਈ ਹੈ। ਔਰ ਮਹਾਰਾਜ ਮੇਰੇ ਸਮੇਂ 'ਚ ਮਨੁੱਖਾਂ ਦੀਆਂ ਜਿਹੜੇ ਲੱਛਣ ਨੇ ਬੰਦਿਆਂ ਦੇ, ਮੈਂ ਉਸੇ ਤਰ੍ਹਾਂ ਦਾ ਹੀ ਭੇਖ ਬਣਾ ਕੇ ਆਇਆ ਹਾਂ। ਦੇਵ ਸੰਪਦਾ ਤਜ ਕਰ ਸਾਰੀ। ਮਹਾਰਾਜ ਮੇਰੇ ਸਮੇਂ ਵਿੱਚ ਮਨੁੱਖਾਂ ਨੇ ਦੈਵੀ ਸੰਪਦਾ ਛੱਡ ਦਿੱਤੀ ਹੈ। ਦੈਵੀ ਸੰਪਦਾ ਕਿਸ ਨੂੰ ਕਹਿੰਦੇ ਨੇ? ਸ਼ੁਭ ਗੁਣਾਂ ਨੂੰ। ਮੇਰੇ ਸਮੇਂ ਵਿੱਚ ਮਨੁੱਖਾਂ ਨੇ ਜਿਤਨੇ ਸ਼ੁਭ ਗੁਣ ਨੇ ਉਹ ਤਿਆਗੇ ਹਨ। ਦ્વੈ ਇੰਦਰੇ ਸਵਾਦਨ ਬਸਕਾਰੀ। ਮਹਾਰਾਜ ਆ ਜਿਹੜੀ ਮੈਂ ਇੱਕ ਹੱਥ ਵਿੱਚ ਜੀਭ ਤੇ ਇੱਕ ਹੱਥ ਵਿੱਚ ਇੰਦਰੀ ਪਕੜ ਕੇ ਆਇਆ, ਇਹ ਮੈਂ ਸੰਕੇਤ ਦਿੱਤਾ ਹੈ ਕਿ ਮੇਰੇ ਸਮੇਂ ਵਿੱਚ ਕੇਵਲ ਮਨੁੱਖ ਇਹਨਾਂ ਦੋ ਇੰਦਰੀਆਂ ਦੇ ਰਸਾਂ ਵਿੱਚ ਉਲਝੇ ਹੋਏ ਨੇ। ਕੇਵਲ ਜ਼ੁਬਾਨ ਦੇ ਰਸ ਤੇ ਇੰਦਰੀ ਦੇ ਭੋਗ ਦੇ ਵਿੱਚ ਹੀ, ਕਾਮ ਦੀ ਵਾਸ਼ਨਾ ਵਿੱਚ ਔਰ ਜ਼ੁਬਾਨ ਦੇ ਰਸਾਂ ਦੇ ਵਿੱਚ ਮੇਰੇ ਸਮੇਂ ਵਿੱਚ ਜੀਵ ਉਲਝੇ ਹੋਏ ਨੇ। ਕੇਵਲ ਜ਼ੁਬਾਨ ਦਾ ਸਵਾਦ ਇਹਨਾਂ ਨੂੰ ਚਾਹੀਦਾ ਤੇ ਕਾਮ ਦਾ ਭੋਗ ਭੋਗਣ ਦੀ ਬਿਰਤੀ ਆ ਇਹਨਾਂ ਮਨੁੱਖਾਂ ਵਿੱਚ। ਇਹੀ ਬਿਰਤੀ ਮੇਰੇ ਸਮੇਂ ਵਿੱਚ ਜੀਵਾਂ ਵਿੱਚ ਬਹੁਤ ਜ਼ਿਆਦਾ ਪ੍ਰਬਲ ਹੋ ਰਹੀ ਹੈ। ਹਾਲਾਂਕਿ ਸਭ ਤੋਂ ਪ੍ਰਥਮ ਵਿਕਾਰ ਹੈ ਕਾਮ। ਖਾਲਸਾ ਜੀ, ਸਾਧਨਾ ਕਰਨ ਵੇਲੇ ਸਾਧਕ ਨੂੰ ਸਭ ਤੋਂ ਪਹਿਲਾਂ ਜਿਹੜਾ ਵਿਕਾਰ ਸਤਾਉਂਦਾ ਉਹ ਕਾਮ ਹੈ, ਕਿਉਂਕਿ ਸਭ ਤੋਂ ਪਹਿਲਾਂ ਆਉਣ ਵਾਲਾ ਕਾਮ ਹੈ ਔਰ ਸਭ ਤੋਂ ਪਹਿਲਾਂ ਭੱਜਣ ਵਾਲਾ ਵੀ ਕਾਮ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਭ ਤੋਂ ਪਹਿਲਾਂ ਆਉਂਦਾ ਵੀ ਇਹੀ ਹੈ ਔਰ ਸਾਧਨਾ ਕਰਨ ਵੇਲੇ ਸਭ ਤੋਂ ਪਹਿਲਾਂ ਹਿਰਦੇ ਵਿੱਚੋਂ ਭੱਜਦਾ ਵੀ ਇਹੀ ਹੈ। ਜਦੋਂ ਸਾਧਨਾ ਕਰਨ ਵਾਲਾ ਸਾਧਕ ਸਾਧਨਾ ਨੂੰ ਆਪਣੇ ਸਿਖਰ ਤੇ ਲੈ ਕੇ ਜਾਣ ਦਾ ਯਤਨ ਕਰਦਾ ਗੁਰੂ ਕਿਰਪਾ ਨਾਲ, ਤਾਂ ਸਭ ਤੋਂ ਪਹਿਲਾਂ ਕਾਮ ਚਲਿਆ ਜਾਂਦਾ, ਫਿਰ ਕ੍ਰੋਧ ਛੁੱਟਦਾ, ਫਿਰ ਲੋਭ ਛੁੱਟਦਾ, ਫਿਰ ਹੰਕਾਰ, ਫਿਰ ਮੋਹ ਦੀ ਬਿਰਤੀ ਹਿਰਦੇ ਚੋਂ ਦੂਰ ਹੁੰਦੀ ਹੈ। ਇਹ ਵਿਕਾਰ ਫਿਰ ਸਹਿਜੇ ਸਹਿਜੇ ਜੀਵ ਦੇ ਹਿਰਦੇ ਵਿੱਚੋਂ ਛੁੱਟਣੇ ਸ਼ੁਰੂ ਹੋ ਜਾਂਦੇ ਹਨ। ਤੋਂ ਪਹਿਲਾਂ ਸਾਧਕ ਨੂੰ ਕਾਮ ਦੀ ਵਾਸ਼ਨਾ ਹੀ ਪ੍ਰਬਲ ਹੋ ਕੇ ਸਤਾਉਂਦੀ ਹੈ, ਫਿਰ ਕ੍ਰੋਧ ਆਉਣਾ ਸ਼ੁਰੂ ਹੋ ਜਾਂਦਾ ਹੈ। ਕਾਮ ਜਾਂਦਾ ਤੇ ਕ੍ਰੋਧ ਆਉਣਾ ਸ਼ੁਰੂ ਹੋ ਜਾਂਦਾ। ਅਕਸਰ ਤੁਸੀਂ ਸੁਣਿਆ ਹੋਣਾ ਕਿ ਤਪਸਵੀ ਕ੍ਰੋਧੀ ਹੋ ਜਾਂਦੇ ਹੈ। ਕਿਉਂ ਹੋ ਜਾਂਦੇ ਆ? ਕਾਮ ਚਲਿਆ ਜਾਂਦਾ ਹੈ, ਕ੍ਰੋਧ ਪ੍ਰਬਲ ਹੋ ਜਾਂਦਾ ਹੈ। ਕ੍ਰੋਧ ਤੋਂ ਬਾਅਦ ਫਿਰ ਲੋਭ ਜਾਂਦਾ ਹੈ, ਫਿਰ ਮੋਹ, ਫਿਰ ਹੰਕਾਰ, ਇਦਾਂ ਇਹ ਵਿਕਾਰ ਜਾਂਦੇ ਆ। ਕਾਮ ਕਹਿੰਦਾ ਸਭ ਤੋਂ ਪ੍ਰਥਮ ਵਿਕਾਰ ਜਿਹੜਾ ਕਾਮ ਦਾ ਹੈ, ਕਲਯੁਗ ਕਹਿੰਦਾ ਇਹਦੇ ਵਿੱਚ ਉਹ ਜ਼ੁਬਾਨ ਦੇ ਸਵਾਦ, ਰਸਨਾ ਦੇ ਸਵਾਦਾਂ ਦੇ ਪੱਟੇ ਹੋਏ ਨੇ ਮੇਰੇ ਸਮੇਂ ਵਿੱਚ ਜੀਵ। ਅੱਜ ਮਨੁੱਖ ਸਰੀਰ ਦੀ ਪਾਲਣਾ ਵਾਸਤੇ ਨਹੀਂ ਖਾਂਦਾ। ਮੈਂ ਆਪਣੇ ਸਮੇਤ ਗੱਲ ਕਰਾਂਗਾ, ਆਪਾਂ ਸਾਰੇ ਹੀ ਬੈਠੇ ਹਾਂ, ਗੁਰੂ ਸਾਹਿਬ ਜੀ ਦੇ ਬਚਨ ਸਾਡੇ ਸਾਰਿਆਂ ਵਾਸਤੇ ਹੈ। ਇਹ ਨਹੀਂ ਕਿ ਜੇ ਸਟੇਜ ਤੇ ਬੈਠਾ ਕੋਈ ਬੋਲਦਾ ਉਹਦੇ ਵਾਸਤੇ ਨਹੀਂ, ਜਿਹੜੇ ਸੰਗਤ ਵਿੱਚ ਬੈਠੇ ਸੁਣਦੇ ਆ ਥੱਲੇ ਉਹਨਾਂ ਵਾਸਤੇ ਨੇ, ਸਾਰਿਆਂ ਵਾਸਤੇ ਨੇ ਬਚਨ। ਅਸੀਂ ਸਾਰੇ ਜ਼ੁਬਾਨ ਦੇ ਸਵਾਦ ਵਾਸਤੇ ਭਖਦੇ ਹਾਂ, ਨਾ ਕਿ ਸਰੀਰ ਦੀ ਪਰਵਰਿਸ਼ ਲਈ। ਸਾਡੇ ਤ੍ਰੈਮਣ ਦਿਉਰੀ ਅੰਨ ਪਾਣੀ ਦੇ ਆਸਰੇ ਚੱਲਦੀ ਆ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਸਾਨੂੰ ਜ਼ੁਬਾਨ ਦਾ ਸਵਾਦ ਚੰਗਾ ਲੱਗਦਾ ਹੈ। ਜਿਹੜਾ ਪਦਾਰਥ ਚੰਗਾ ਲੱਗੇ ਜ਼ੁਬਾਨ ਦੇ ਸਵਾਦ ਕਰਕੇ, ਉਹ ਅਸੀਂ ਲੋੜ ਤੋਂ ਵੱਧ ਵੀ ਭਖ ਜਾਂਦੇ ਹਾਂ। ਬਾਅਦ ਵਿੱਚ ਭਾਵੇਂ ਹਾਜਮੋਲਾ ਖਾਂਦੇ ਫਿਰੀਏ, ਇਹਨਾਂ ਦੀਆਂ ਲਿਆ ਕੇ ਡੱਬੀਆਂ ਖਾਲੀ ਕਰੀ ਜਾਈਏ, ਜ਼ੁਬਾਨ ਦੇ ਸਵਾਦ ਵਾਸਤੇ ਅਸੀਂ ਬਹੁਤਾ ਵੀ ਭਖ ਲੈਂਦੇ ਆ ਵੀ ਸਵਾਦੀ ਵਸਤੂ ਹੈ। ਤੋ ਕਲੀ ਕਾਲ ਦੇ ਸਮੇਂ ਵਿੱਚ ਇਹਨਾਂ ਦੋ ਇੰਦਰੀਆਂ ਦੇ ਰਸ ਦੇ ਵਿੱਚ ਹੀ ਜੀਵ ਜ਼ਿਆਦਾ ਉਲਝਿਆ ਹੋਇਆ। ਵੈਸੇ ਤਾਂ ਅੱਖਾਂ ਕਰਕੇ ਜਿਹੜਾ ਵੇਖਦੇ ਆ ਉਹਦੇ ਵਿੱਚ ਵੀ ਹੈ, ਕੰਨਾਂ ਕਰਕੇ ਵੀ, ਰਸਨਾ ਕਰਕੇ ਵੀ, ਹੱਥਾਂ ਕਰਕੇ ਵੀ, ਇਹ ਜਿੰਨੀਆਂ ਇੰਦਰੀਆਂ ਨੇ ਸਾਰੀਆਂ ਹੀ ਖਚਤ ਨੇ।
ਪਰ ਪ੍ਰਬਲ ਰੂਪ ਦੇ ਵਿੱਚ ਕਲਯੁਗ ਕਹਿੰਦਾ ਮਹਾਰਾਜ ਮੇਰੇ ਸਮੇਂ 'ਚ ਜਿਹੜੇ ਲੱਛਣ ਨੇ ਨਾ ਬੰਦੇ ਦੇ ਆ ਨੇ, ਇਹਨਾਂ ਦੋਨਾਂ ਇੰਦਰੀਆਂ ਦੇ ਰਸਾਂ ਦੇ ਵਿੱਚ ਜੀਵ ਉਲਝੇ ਹੋਏ ਨੇ। ਕਹਿ ਤੋ ਰਸਨਾ ਸਵਾਦੇ ਲਾਈ, ਜਾਂ ਤਾਂ ਆਪਣੀ ਜ਼ੁਬਾਨ ਨੂੰ ਰਸਨਾ ਨੂੰ ਸਵਾਦਾਂ ਵਿੱਚ ਲਾਇਆ ਹੋਇਆ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦਾ ਕਥਨ ਹੈ, ਉਹ ਕਹਿੰਦੇ ਅੱਖੀਂ ਵੇਖ ਨਾ ਰੱਜੀਆਂ ਬੋ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਬਣ ਤੈ ਹਾਸੇ, ਸਾਦੀ ਜੀਭ ਨਾ ਰੱਜੀਆਂ ਕਰ ਭੋਗ ਵਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਇਹ ਰਸਦੀਆਂ, ਇਹ ਜਿਹੜੀ ਰਸਨਾ ਹੈ ਵੀ ਨਹੀਂ ਰੱਜਦੀ, ਸਾਦੀ ਜੀਭ ਨਾ ਰੱਜੀਆਂ, ਸਵਾਦ ਲੈ ਲੈ ਕੇ ਨਹੀਂ ਰੱਜਦੀ ਜੀਭ ਜ਼ੁਬਾਨ। ਇੱਕ ਉਮਰ ਐਸੀ ਆਉਂਦੀ ਆ ਬਿਰਧ ਅਵਸਥਾ ਜਦੋਂ ਜ਼ੁਬਾਨ ਤੋਂ ਸਵਾਦ ਆਉਣਾ ਬੰਦ ਹੋ ਜਾਂਦਾ, ਫਿਰ ਜਾਂਦਾ ਬੰਦਾ ਡਾਕਟਰ ਕੋਲ ਕਹਿੰਦਾ ਜੀ ਮੈਨੂੰ ਸਵਾਦ ਹੀ ਨਹੀਂ ਆਉਂਦਾ ਜੀ ਕਿਸੇ ਵਸਤੂ ਦਾ। 80 ਸਾਲ ਸਾਰੀ ਜ਼ਿੰਦਗੀ ਸਵਾਦ ਹੀ ਲਏ ਨੇ ਜ਼ੁਬਾਨ ਨਾਲ, ਜੇ ਹੁਣ ਨਹੀਂ ਆਉਂਦਾ ਰੱਬ ਨੇ ਇਹਦੇ 'ਚੋਂ ਸ਼ਕਤੀ ਖਤਮ ਕਰ ਦਿੱਤੀ ਹੈ ਤੇ ਹੁਣ ਸਵਾਦ ਤੋਂ ਥੋੜਾ ਜਿਹਾ ਉਪਰਾਮ ਹੋ ਜਾ, ਹੁਣ ਤਾਂ ਢਲ ਜਾ। ਹਾਲੇ ਵੀ ਜ਼ੁਬਾਨ ਕਹਿੰਦੀ ਹੈ ਸਵਾਦ। ਘਰ ਦੇ ਵਿੱਚ ਹੀ ਲੜੀ ਜਾਏਗਾ ਤੂੰ ਆਹ ਚੀਜ਼ ਨਹੀਂ ਚਾਹੀ, ਕਿਉਂਕਿ ਜ਼ੁਬਾਨ ਦਾ ਸਵਾਦ ਖਤਮ ਹੋ ਜਾਂਦਾ, ਫਿਰ ਪਰਿਵਾਰ ਵਿੱਚ ਹੀ ਕਲੇਸ਼ ਝਗੜਾ ਉੱਥੇ ਹੀ ਕਰਨ ਲੱਗ ਪੈਂਦਾ। ਆਹ ਨਹੀਂ ਠੀਕ ਬਣੀ ਸਬਜ਼ੀ, ਵਿੱਚ ਮਿਰਚ ਨਹੀਂ ਪਾਈ, ਲੂਣ ਘੱਟ ਪਾਇਆ, ਵੱਧ ਪਾ ਦਿੱਤਾ ਹੈ। ਉਹ ਸਵਾਦ ਤਾਂ ਪਰਮੇਸ਼ਰ ਵੱਲੋਂ ਹੀ ਖਤਮ ਹੋ ਜਾਂਦਾ, ਜ਼ੁਬਾਨ 'ਚੋਂ ਲੜਾਈਆਂ ਇੱਦਾਂ ਹੁੰਦੀਆਂ। ਸੋ ਕਹਿਣ ਤੋਂ ਭਾਵ ਇਹ ਜ਼ੁਬਾਨ ਨਹੀਂ ਰੱਜਦੀ। ਕਹਿਣ ਲੱਗਾ ਕਲੀ ਕਾਲ ਸਤਿਗੁਰਾਂ ਨੂੰ ਕਹਿੰਦਾ ਜੀ ਮੇਰੇ ਸਮੇਂ ਵਿੱਚ ਜੀਵ ਜ਼ੁਬਾਨ ਦੇ ਸਵਾਦ ਲੈ ਕੇ ਨਹੀਂ ਰੱਜਦਾ, ਲਿੰਗ ਸਵਾਦ ਕੇ ਬਸ ਹੋਏ ਜਾਈ। ਔਰ ਜਾਂ ਫਿਰ ਕਾਮ ਇੰਦਰੀ ਜਿਹੜੀ ਹੈ ਉਸ ਕਾਮ ਇੰਦਰੀ ਦੇ ਸਵਾਦ ਦੇ ਵਿੱਚ ਜੀਵ ਜਿਹੜਾ ਉਸੇ ਰਸ ਦੇ ਵਿੱਚ ਉਲਝਿਆ ਹੋਇਆ ਹੈ। ਮਾਤ ਪਿਤਾ ਗੁਰ ਲੱਜਾ ਤਿਆਗੀ, ਨਾ ਮਾਂ ਦੀ ਸ਼ਰਮ, ਨਾ ਪਿਓ ਦੀ ਸ਼ਰਮ, ਨਾ ਗੁਰੂ ਦੀ ਸ਼ਰਮ, ਨਾ ਕਿਸੇ ਵੱਡੇ ਦੀ ਸ਼ਰਮ ਹਿਆ। ਇਸ ਸ਼ਰਮ ਨੂੰ ਛੱਡ ਕੇ ਕਹਿੰਦਾ ਮੇਰੇ ਸਮੇਂ ਦੇ ਵਿੱਚ ਜਿਹੜੇ ਜੀਵ ਕਾਮ ਦੇ ਵਿੱਚ ਗ੍ਰਸਤ ਹੋ ਰਹੇ ਨੇ, ਉਹ ਕਹਿੰਦੇ ਸਾਡੀ ਜ਼ਿੰਦਗੀ ਹੈ ਜੀ ਅਸੀਂ ਜਿਵੇਂ ਮਰਜ਼ੀ ਜੀਵੀਏ, ਨਾ ਮਾਂ ਪਿਓ ਰੋਕੇ ਟੋਕੇ ਉਹਨਾਂ ਦੀ ਵੀ ਬੇਇੱਜ਼ਤੀ, ਤੁਸੀਂ ਕੌਣ ਹੁੰਦੇ ਹੋ, ਸਾਡਾ ਜੀਵਨ ਹੈ। ਅੱਜ ਕੱਲ੍ਹ ਦਾ ਸਮਾਂ ਇਦਾਂ ਦਾ ਚੱਲ ਰਿਹਾ ਹੈ। ਨਾ ਮਾਂ ਦੀ ਸ਼ਰਮ ਨਾ ਪਿਓ ਦੀ ਸ਼ਰਮ ਹੈ, ਨਾ ਪਿਤਾ ਦੀ ਸ਼ਰਮ, ਨਾ ਬਜ਼ੁਰਗ ਦੀ ਕਿਸੇ ਦੀ ਸ਼ਰਮ ਹੈ, ਨਾ ਪੀਰ ਸ਼ਰਮ ਹੈ, ਆਪਣੇ ਵੱਡੇ ਦੀ ਕਿਸੇ ਦੀ ਸ਼ਰਮ ਨਹੀਂ। ਇਹੋ ਜਿਹਾ ਸਮਾਜ ਜਿਹੜਾ ਹੈ ਇਹੋ ਜਿਹੇ ਕੋੜ ਕਰਕੇ ਗਰਸਿਆ ਗਿਆ ਹੈ। ਇਨਕੇ ਬਸੀ ਹੋਏ ਅਨੁਰਾਗੀ, ਇਹਨਾਂ ਦੇ ਹੀ ਵਸੀਕਾਰ ਹੋ ਰਹੇ ਨੇ, ਅਨੁਰਾਗੀ ਹੋ ਰਹੇ ਨੇ ਜੀਵ। ਜਾਂ ਤੇ ਭੀ ਮਮ ਮਤ ਵਿਪਰੀਤਾ, ਇਸ ਕਰਕੇ ਮਹਾਰਾਜ ਜੀ ਮੈਂ ਇਹੋ ਜੀ ਵਿਪਰੀਤ ਮਤ, ਉਲਟੀ ਮਤ ਆਪਣੇ ਸਮੇਂ 'ਚ ਮਨੁੱਖਾਂ ਦੀ ਕੀਤੀ ਹੋਈ ਹੈ। ਕਿਉ ਤੁਮ ਸੋ ਛਲ ਹੋਏ ਨਿਰਭੀਤਾ, ਮਹਾਰਾਜ ਜੀ ਮੇਰੀ ਵੀ ਉਲਟੀ ਮੱਤ ਹੋ ਗਈ ਆ, ਲੋਕਾਂ ਦੀ ਮੱਤ ਉਲਟੀ ਕਰਦਿਆਂ ਕਰਦਿਆਂ ਮੈਂ ਆਪ ਉਲਟੀ ਮੱਤ ਵਾਲਾ ਹੋ ਗਿਆ ਤੇ ਆ ਕੇ ਤੁਹਾਨੂੰ ਹੀ ਪਰਖਣ ਲੱਗ ਪਿਆ। ਮਹਾਰਾਜ ਕਲਯੁਗ ਕਹਿੰਦਾ ਮਹਾਰਾਜ ਲੋਕਾਂ ਨੂੰ ਇਦਾਂ ਚਲਾਉਂਦਿਆਂ ਚਲਾਉਂਦਿਆਂ ਮੈਂ ਆਪ ਇਹੋ ਜਿਹਾ ਹੋ ਗਿਆ ਪਾਤਸ਼ਾਹ, ਤੇ ਮੈਂ ਆ ਕੇ ਤੁਹਾਡੇ ਤੇ ਆਪਣਾ ਅਸਰ ਪਾਉਣਾ ਚਾਹਿਆ, ਤੁਹਾਨੂੰ ਪਰਖਣਾ ਚਾਹਿਆ। ਮਹਾਰਾਜ ਤੁਹਾਡੇ ਤੇ ਆ ਕੇ ਅਪਰਾਧ ਕਮਾਇਆ, ਛਿਮਾ ਕਰਨ ਕੋ ਬਿਰਦ ਤੁਮਾਰਾ। ਪਰ ਮਹਾਰਾਜ ਤੁਸੀਂ ਹੋ ਬੜੇ ਦਿਆਲੂ, ਤੁਸੀਂ ਹੋ ਬੜੇ ਕਿਰਪਾਲੂ। ਮਹਾਰਾਜ ਗੁਰੂ ਨਾਨਕ ਸਾਹਿਬ ਤੁਹਾਡੇ ਵਰਗੀ ਦਇਆ ਕਿਸੇ 'ਚ ਨਹੀਂ। ਭਾਈ ਗੁਰਦਾਸ ਸਾਹਿਬ ਦਾ ਕਥਨ ਹੈ, ਉਹ ਕਹਿੰਦੇ ਅੰਬ ਦੀ ਮਿਠਾਸ ਇਮਲੀ 'ਚੋਂ ਨਹੀਂ ਮਿਲਦੀ, ਪਿਤਾ ਦਾ ਪਿਆਰ ਪੜੋਸੀ ਕੋਲੋਂ ਨਹੀਂ ਮਿਲਦਾ, ਸਮੁੰਦਰ ਜਿੰਨੀ ਗਹਿਰਾਈ ਕਿਸੇ ਛੱਪੜ 'ਚੋਂ ਨਹੀਂ ਮਿਲਦੀ, ਧੰਨ ਗੁਰੂ ਨਾਨਕ ਸਾਹਿਬ ਜੈਸੀ ਦਇਆ ਕਿਸੇ ਹੋਰ ਦੇਵੀ ਦੇਵਤੇ ਕੋਲੋਂ ਨਹੀਂ ਮਿਲਦੀ। ਗੁਰੂ ਨਾਨਕ ਸਾਹਿਬ ਜੈਸੀ ਦਇਆ ਕਿਸੇ ਕੋਲ ਨਹੀਂ ਹੈ। ਕਲਯੁਗ ਵੀ ਕਹਿ ਰਿਹਾ ਮਹਾਰਾਜ ਤੁਸੀਂ ਬੜੇ ਦਿਆਲੂ ਹੋ, ਮਹਾਰਾਜ ਤੁਸੀਂ ਬੜੇ ਹੀ ਕਿਰਪਾਲੂ ਹੋ, ਮਿਹਰਾਂ ਦੇ ਸਾਈ ਹੋ, ਮੇਰੇ ਕੋਲੋਂ ਭੁੱਲ ਹੋਈ ਹੈ, ਪਾਤਸ਼ਾਹ ਤੁਸੀਂ ਦਇਆ ਕਰਕੇ ਬਖਸ਼ ਲਓ। ਪਰਮ ਪੁਰਖ ਹੋ ਮਹਾ ਉਦਾਰਾ, ਮਹਾਰਾਜ ਜੀ ਤੁਸੀਂ ਪਰਮ ਪੁਰਖ ਹੋ, ਪਰਮ ਪੁਰਖ ਮਹਾ ਉਦਾਰ ਹੋ, ਤੁਹਾਡਾ ਹਿਰਦਾ ਉਦਾਰ ਹੈ। ਸੁਨ ਕਰਿਓ ਬੋਲੇ ਜਗਤੇਸ਼ਾ, ਜਦੋਂ ਕਲਯੁਗ ਨੇ ਕਿਹਾ ਨਾ ਜੀ ਮੇਰੀ ਸਿਕਦਾਰੀ ਹੈ,
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਫਰਮਾਇਆ ਬੋਲੇ, ਕੋ ਤਵ ਨਾਮ ਕੌਣ ਹੈ ਦੇਸ਼ਾ। ਮਹਾਰਾਜ ਜੀ ਕਹਿੰਦੇ ਹੋ ਭਲਿਆ ਆਪਣੀ ਜਾਣਕਾਰੀ ਦੇ, ਤੂੰ ਕੌਣ ਹੈ, ਕਿਹੜਾ ਦੇਸ਼ ਹੈ ਤੇਰਾ, ਰਹਿੰਦਾ ਕਿੱਥੇ ਆ ਤੂੰ, ਕੌਣ ਕਾਜੇਤ ਚੱਲ ਕਰ ਆਇਓ। ਸਾਡੇ ਕੋਲ ਕਿਹੜਾ ਕੰਮ ਹੈ ਜਿਹੜਾ ਤੂੰ ਆਇਆ ਚੱਲ ਕੇ ਸਾਡੇ ਪਾਸ। ਇਸ ਪ੍ਰਕਾਰ ਕਿਉਂ ਕਪਟ ਦਿਖਾਇਓ। ਤੂੰ ਆ ਕਪਟ ਜਿਹਾ ਕਿਉਂ ਕੀਤਾ, ਛੜਾਵਾ ਜਿਹਾ ਕਿਉਂ ਕੀਤਾ ਆ ਕੇ ਸਾਡੇ ਕੋਲ। ਸੁਨੋ ਗੁਰੂ ਜੀ ਕਲ ਯੁਗ ਨਾਮੋ। ਕਹਿਣ ਲੱਗਾ ਗੁਰੂ ਜੀ ਮੇਰਾ ਨਾਮ ਹੀ ਕਲ ਯੁਗ ਹੈ, ਮੈਨੂੰ ਹੀ ਕਲ ਯੁਗ ਕਹਿੰਦੇ ਹਨ। ਦਰਸ਼ਨ ਕਰਬੇ ਕੋ ਮਮ ਕਾਮੂ। ਤੁਹਾਡੇ ਦਰਸ਼ਨ ਕਰਨ ਦਾ ਕੰਮ ਹੈ ਮੇਰਾ ਮਨ ਸੀ ਮੈਂ ਤੁਹਾਡੇ ਦਰਸ਼ਨ ਕਰਾਂ, ਇਸੇ ਕੰਮ ਕਰਕੇ ਆਇਆ ਦਰਸ਼ਨਾਂ ਵਾਸਤੇ। ਨਮੋ ਕਰਨ ਰਾਵਰ ਕੋ ਆਇਓ। ਮਹਾਰਾਜ ਤੁਹਾਡੇ ਚਰਨਾਂ 'ਚ ਪ੍ਰਣਾਮ ਕਰਨ ਆਇਆ, ਤੁਸੀਂ ਮੇਰੇ ਸਮੇਂ ਦੇ ਅਵਤਾਰ ਹੋ। ਪਰਖਨ ਇਤ ਮੈਂ ਕਪਟ ਦਿਖਾਇਓ। ਤੇ ਜਿਹੜਾ ਇਹ ਕਪਟ ਕੀਤਾ ਮੈਂ ਤੁਹਾਨੂੰ ਪਰਖਣ ਵਾਸਤੇ ਕੀਤਾ ਸੀ। ਸ਼੍ਰੀ ਗੁਰ ਕਹੀਂ ਪਨੋ ਨਿਜ ਲੱਛਣ। ਮਹਾਰਾਜ ਜੀ ਕਹਿੰਦੇ ਕਲਯੁਗ ਪਹਿਲਾਂ ਇਹ ਦੱਸ ਵੀ ਤੇਰੇ ਲੱਛਣ ਕੀ ਨੇ, ਕਲਯੁਗ ਦੇ ਲੱਛਣ ਕੀ ਨੇ। ਵਾਰਤਾਲਾਪ ਕਲਯੁਗ ਨਾਲ ਹੋ ਰਹੀ ਆ, ਸੋਝੀ ਸਾਨੂੰ ਦੇਣੀ ਆ ਸਤਿਗੁਰਾਂ ਨੇ ਵੀ ਕਲਯੁਗ ਦੇ ਆਹ ਲੱਛਣ ਨੇ। ਬਾਕੀ ਚੰਦ ਤਾਰੇ ਨਹੀਂ ਬਦਲੇ, ਸੂਰਜ ਨਹੀਂ ਬਦਲਿਆ, ਧਰਤੀ ਨਹੀਂ ਬਦਲੀ, ਪਰ ਕਲਯੁਗ ਦੇ ਲੱਛਣ ਕੀ ਨੇ ਵੀ ਕਲਯੁਗ ਹੈ। ਮਹਾਰਾਜ ਜੀ ਪੁੱਛਦੇ ਕਲਯੁਗ ਨੂੰ ਵੀ ਦੱਸ ਵੀ ਸੱਜਣਾ ਤੇਰੇ ਲੱਛਣ ਕੀ ਨੇ ਤੇਰੇ ਸਮੇਂ ਦੇ। ਕੋ ਤਵ ਸੈਨਾ ਸੰਗ ਵਿਚਛਨ। ਸੁਣਿਆ ਤੂੰ ਰਾਜਾ ਹੈ ਤੇ ਤੇਰੀ ਵੀ ਸੈਨਾ, ਤੇਰੀ ਫੌਜ ਕਿਹੜੀ ਹੈ, ਤੇਰੀ ਸੈਨਾ ਕਿਹੜੀ ਹੈ ਜਿਹੜੀ ਤੇਰੇ ਨਾਲ ਚੜ੍ਹਦੀ ਹੈ। ਕਿਸ ਪ੍ਰਕਾਰ ਕੀ ਤੁਝ ਸਿਕਦਾਰੀ। ਤੇਰੀ ਸਿਕਦਾਰੀ ਕਿਸ ਤਰ੍ਹਾਂ ਦੀ ਹੈ, ਤੂੰ ਕਹਿਣਾ ਵੀ ਮੈਂ ਸਿਕਦਾਰ ਆ, ਸਰਦਾਰ ਆ, ਤੇਰੀ ਸਿਕਦਾਰੀ ਕਿਸ ਤਰ੍ਹਾਂ ਦੀ ਹੈ। ਸੁਨ ਕਲ ਯੁਗ ਪੁਨ ਗਿਰਾ ਉਚਾਰੀ। ਸਤਿਗੁਰਾਂ ਦੇ ਬਚਨ ਸੁਣ ਕੇ ਕਲਯੁਗ ਬੋਲਿਆ, ਕੂਰ ਸੂਰ ਸਭ ਕੇਰ ਅਗਾਰੀ। ਮਹਾਰਾਜ ਜੀ ਮੇਰੇ ਸਮੇਂ ਵਿੱਚ ਜਿਹੜੇ ਮੇਰੇ ਸੂਰਮੇ ਨੇ, ਮੇਰੇ ਸੂਰਮਿਆਂ ਵਿੱਚੋਂ ਸਭ ਤੋਂ ਮੂਹਰਲੀ ਕਤਾਰ ਵਿੱਚ ਜਿਹੜਾ ਸੂਰਮਾ ਖੜਾ ਹੈ ਨਾ, ਜਿਹੜਾ ਸਭ ਤੋਂ ਅੱਗੇ ਹੋ ਕੇ ਚੱਲਦਾ ਹੈ, ਮਹਾਰਾਜ ਜੀ ਮੇਰਾ ਸੂਰਮਾ ਜਿਹੜਾ ਸਭ ਤੋਂ ਅੱਗੇ ਚੱਲਦਾ ਹੈ ਉਹ ਹੈ ਝੂਠ, ਕੂੜ। ਕਲਯੁਗ ਵਿੱਚ ਝੂਠ ਹੀ ਜ਼ਿਆਦਾ ਬੋਲਿਆ ਜਾਂਦਾ ਨਾ, ਇਹੀ ਜ਼ਿਆਦਾ ਫਲੀਭੂਤ ਹੋ ਰਿਹਾ ਲੋਕਾਂ ਨੂੰ। ਕਲਯੁਗ ਰਥ ਅਗਨ ਕਾ ਕੂੜ ਅੱਗਾ ਰਥਵਾਹੋ। ਪਾਤਸ਼ਾਹ ਨੇ ਬਚਨ ਫਰਮਾਏ, ਸਰਮ ਧਰਮ ਦੋਏ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜਾ ਸ਼ੈਤਾਨ ਵੇ ਲਾਲੋ। ਕੂੜ ਫਿਰੈ ਪ੍ਰਧਾਨ ਵੇ ਲਾਲੋ, ਇਹ ਝੂਠ ਪ੍ਰਬਲ ਹੈ ਕਲੀ ਕਾਲ ਦੇ ਵਿੱਚ। ਕਹਿਣ ਲੱਗਾ ਮੇਰੇ ਜਿਹੜੇ ਸੂਰਮੇ ਨੇ ਮਹਾਰਾਜ, ਉਹਨਾਂ ਸੂਰਮਿਆਂ ਚੋਂ ਸਭ ਤੋਂ ਮੂਹਰੇ ਹੋ ਕੇ ਜਿਹੜਾ ਸੂਰਮਾ ਪ੍ਰਬਲ ਹੋ ਕੇ ਜੀਵਾਂ ਦੇ ਉੱਤੇ ਭਾਰ ਪਾਉਂਦਾ ਉਹ ਹੈ ਝੂਠ, ਉਹ ਹੈ ਕੂੜ। ਹਾਂਜੀ। ਚਲਤ ਤੁਜਾ ਵੱਡ ਕਰ ਮੈਂ ਤਾਰੀ। ਮਹਾਰਾਜ ਜੀ ਜਦੋਂ ਇਹ ਚੱਲਦਾ ਨਾ ਕੂੜ, ਇਹਦੇ ਹੱਥ ਦੇ ਵਿੱਚ ਜਿਹੜੀ ਤੁਜਾ ਹੈ, ਨਿਸ਼ਾਨ ਹੈ ਇਹਦੇ ਪਾਸ, ਮੋਹ ਨਾਮ ਸਭ ਕੋ ਭੂਪਾਲਾ। ਮਹਾਰਾਜ ਜੀ ਇਹਨਾਂ ਸਾਰਿਆਂ ਵਿਕਾਰਾਂ ਦਾ ਜਿਹੜਾ ਰਾਜਾ ਹੈ ਮੇਰੇ ਸਮੇਂ ਵਿੱਚ ਉਹ ਹੈ ਮੋਹ। ਮੋਹ ਇਹਨਾਂ ਦਾ ਰਾਜਾ ਹੈ ਤੇ ਮੋਹ ਰੂਪੀ ਰਾਜੇ ਦਾ ਸਭ ਤੋਂ ਮੂਹਰੇ ਹੋ ਕੇ ਚੱਲਣ ਵਾਲਾ ਜਿਹੜਾ ਪ੍ਰਬਲ ਵਿਕਾਰ ਉਹ ਕੂੜ ਹੈ, ਝੂਠ ਹੈ। ਸੈਨਾਪਤ ਹਿੰਸਾ ਜੋ ਵਿਸਾਲਾ। ਮੇਰੇ ਇਸ ਸਮੇਂ ਵਿੱਚ ਮੋਹ ਰੂਪੀ ਰਾਜੇ ਦਾ ਜਿਹੜਾ ਸੈਨਾਪਤੀ ਹੈ ਉਹ ਹੈ ਹਿੰਸਾ। ਹਿੰਸਾ, ਹਿੰਸਾ ਤਨ ਕਰਕੇ ਹੁੰਦੀ ਹੈ, ਹਿੰਸਾ ਮਨ ਕਰਕੇ ਵੀ ਹੁੰਦੀ ਹੈ, ਹਿੰਸਾ ਬਚਨਾਂ ਕਰਕੇ ਵੀ ਹੁੰਦੀ ਹੈ। ਤਨ ਕਰਕੇ ਹਿੰਸਾ ਤੋਂ ਘੱਟ ਹੋ ਰਹੀ ਹੈ, ਰਸਨਾ ਕਰਕੇ ਹਿੰਸਾ ਉਸ ਤੋਂ ਵੱਧ ਹੋ ਰਹੀ ਹੈ, ਮਨ ਕਰਕੇ ਹਿੰਸਾ ਤਕਰੀਬਨ 99% ਲੋਕ ਮਨ ਕਰਕੇ ਹਿੰਸਾ ਕਰਦੇ ਹੈ। ਤਨ ਕਰਕੇ ਹਿੰਸਾ ਕਰੀਏ, ਸਰੀਰ ਨਾਲ ਕਿਸੇ ਨੂੰ ਮਾਰਾਂਗੇ ਕਾਨੂੰਨ ਦਾ ਡਰ ਹੈ, ਜ਼ੁਬਾਨ ਨਾਲ ਕੌੜੇ ਬੋਲ ਬੋਲਾਂਗੇ ਪਤਾ ਵੀ ਉਹਦਾ ਕੁਝ ਘੱਟ ਹੈ ਕਿ ਉਹਦੇ ਤੇ ਕਾਨੂੰਨ ਦਾ ਸਕੰਜਾ ਨਹੀਂ।
ਮਨ ਕਰਕੇ ਦਾ ਜਿਹਨੂੰ ਮਰਜ਼ੀ ਕਤਲ ਕਰ ਦਿਓ, ਮਨ ਕਰਕੇ ਜਿਹਨੂੰ ਮਰਜ਼ੀ ਮਾਰ ਦਿਓ, ਮਨ ਕਰਕੇ ਜਿਹਨੂੰ ਮਰਜ਼ੀ ਸਾਹਮਣੇ ਮੂੰਹ ਤੋਂ ਕਹੀ ਜਾਓ ਤੂੰ ਤਾਂ ਬੜਾ ਚੰਗਾ, ਤੂੰ ਤਾਂ ਬੜਾ ਭਲਾ, ਤੇ ਮਨ ਚੋਂ ਕਹੇ ਤੂੰ ਤਾਂ ਰੱਜ ਕੇ ਕੋੜੀ। ਉਹਨੂੰ ਕਿਹੜਾ ਪਤਾ ਲੱਗਣਾ? ਮਨ ਕਰਕੇ ਹਿੰਸਾ ਜਿੰਨੀ ਮਰਜ਼ੀ ਕਰ ਲਓ। ਤੇ ਮਨ ਕਰਕੇ ਹਿੰਸਾ ਕਰਨ ਵਾਲੇ 99% ਲੋਕ ਹੋਣਗੇ ਸੰਸਾਰ 'ਚ, 1% ਬਚੇ ਹੋਣਗੇ ਜਿਨ੍ਹਾਂ ਦੇ ਹਿਰਦੇ 'ਚ ਰੱਬ ਦਾ ਭੈ ਹੈ, ਪਰਮੇਸ਼ਰ ਦਾ ਭੈ ਹੈ। ਕਹਿਣ ਲੱਗਾ ਵੀ ਮੇਰੇ ਸਮੇਂ ਵਿੱਚ, ਪੜ੍ਹੀਏ ਜੀ ਦੁਬਾਰਾ, ਸੈਨਾਪਤ ਹਿੰਸਾ ਜੋ ਵਿਸਾਲਾ। ਮੇਰੇ ਸਮੇਂ ਵਿੱਚ ਕਹਿੰਦਾ ਜਿਹੜਾ ਸੈਨਾਪਤੀ ਆ ਮੇਰੀ ਫੌਜ ਦਾ, ਮੋਹ ਰੂਪੀ ਰਾਜੇ ਦਾ, ਉਹ ਹਿੰਸਾ ਹੈ। ਕਾਮ ਕ੍ਰੋਧ ਲੋਭ ਅਹੰਕਾਰਾ। ਕਾਮ ਕ੍ਰੋਧ ਲੋਭ ਤੇ ਜਿਹੜੇ ਹੰਕਾਰ ਹਨ, ਸਭ ਜੋਧਾਏ ਗਾਜੇ ਅਸਵਾਰਾ। ਇਹ ਸਾਰੇ ਯੋਧੇ ਹਾਥੀ ਸਵਾਰ ਨੇ। 4 ਪ੍ਰਕਾਰ ਦੀ ਸੈਨਾ ਹੁੰਦੀ ਸੀ ਪਹਿਲਾਂ, ਪੈਦਲ ਚੱਲਣ ਵਾਲੇ, ਹਾਥੀਆਂ ਤੇ ਸਵਾਰ ਹੋਣ ਵਾਲੇ, ਘੋੜਿਆਂ ਤੇ ਰੱਥਾਂ ਤੇ। ਕਹਿੰਦਾ ਜਿਹੜਾ ਕਾਮ ਕ੍ਰੋਧ ਲੋਭ ਤੇ ਹੰਕਾਰ, ਇਹ ਵਿਕਾਰ ਜਿਹੜੇ ਨੇ, ਕਹਿੰਦਾ ਇਹ ਵੱਡੇ ਯੋਧੇ ਨੇ, ਹਾਥੀਆਂ ਤੇ ਸਵਾਰ ਹੋਣ ਵਾਲੇ ਨੇ। ਮਤਸਰ ਨਿੰਦਾ ਪੁੰਨ ਬਟ ਪਾਰੀ। ਫਿਰ ਹੈ ਮਤਸਰ ਈਰਖਾ, ਨਿੰਦਾ, ਤੇ ਫਿਰ ਬਟਪਾਰੀ। ਬਟਪਾਰੀ ਦਾ ਮਤਲਬ ਹੁੰਦਾ ਠੱਗੀ ਕਰਨੀ, ਰਾਹ ਮਾਰੀ ਕਰਨੀ। ਤ੍ਰਿਸ਼ਨਾ ਤੇ ਸਭ ਰਥ ਅਸਵਾਰੀ। ਤ੍ਰਿਸ਼ਨਾ, ਇਹ ਜਿਹੜੇ ਵਿਕਾਰ ਨੇ, ਇਹ ਰੱਥ ਤੇ ਸਵਾਰ ਹੋਣ ਵਾਲੇ ਸੂਰਮੇ ਨੇ ਮੇਰੇ। ਆਲਸ ਜੂਪ ਬਾਰਨੀ ਪਾਨਾ। ਆਲਸ, ਜੂਆ ਖੇਡਣਾ, ਸ਼ਰਾਬ ਪੀਣੀ, ਇਹ ਜਿਹੜੇ ਮਾੜੇ ਕਰਮ ਹਨ। ਦੁਰਾਚਾਰ ਸਭ ਚੜੇ ਕੇ ਕਾਨਾ। ਮਾੜਾ ਆਚਰਣ, ਕਹਿੰਦਾ ਇਹ ਘੋੜ ਸਵਾਰ ਨੇ ਸਾਰੇ ਮੇਰੇ ਸਮੇਂ ਵਿੱਚ। ਕਹਿੰਦਾ ਮੇਰੀ ਜਿਹੜੀ ਸੈਨਾ ਹੈ ਉਹਦੇ ਵਿੱਚ ਇਹ ਘੋੜ ਸਵਾਰ ਨੇ। ਕਿਹੜੇ ਕਿਹੜੇ? ਆਲਸ, ਦਲਿੱਦਰ, ਜਿਹਨੂੰ ਆਪਾਂ ਦਲਿੱਦਰ ਕਹਿੰਦੇ, ਆਲਸ ਕਹਿੰਦੇ ਆ। ਦੂਜਾ ਜੂਆ ਖੇਡਣਾ, ਤੀਜਾ ਸ਼ਰਾਬ ਪੀਣੀ, ਦੁਰਾਚਾਰ, ਮਾੜਾ ਆਚਰਣ। ਕਹਿੰਦਾ ਇਹ ਜਿਹੜੇ ਵਿਕਾਰ ਨੇ, ਇਹ ਮੇਰੇ ਘੋੜ ਸਵਾਰ ਸੂਰਮੇ ਹਨ। ਮਮਤਾ ਵਿਸ਼ਯਨ ਆਸ਼ਾ ਜੋਏ। ਮਮਤਾ ਤੇ ਵਿਸ਼ੇ ਵਿਕਾਰ ਤੇ ਜਿਹੜੀ ਆਸਾ ਤ੍ਰਿਸ਼ਨਾ ਮਨਸਾ ਹੈ। ਚੋਰੀ ਪੈਦਲ ਲਖੀਏ ਸੋਏ। ਚੋਰੀ ਕਰਨੀ, ਇਹ ਜਿਹੜੇ ਵਿਕਾਰ ਨੇ, ਇਹ ਸਾਰੇ ਪੈਦਲ ਸੂਰਮੇ ਨੇ ਮੇਰੇ। 4 ਤਰ੍ਹਾਂ ਦੀ ਕਲਯੁਗ ਕਹਿੰਦਾ ਮੋਹ ਰੂਪੀ ਰਾਜੇ ਦੀ ਮੇਰੇ ਸਮੇਂ 'ਚ ਚਤਰੰਗਨੀ ਸੈਨਾ ਹੈ। ਚਤਰੰਗਨੀ 4 ਪ੍ਰਕਾਰ ਦੀ ਇਹ ਫੌਜ ਹੈ। ਦੋਹਰਾ ਔਰ ਗਨਨ ਕੈ ਲਗ ਕਰੋ ਜੋ ਚਤਰੰਗਨ ਸੈਨ। ਕਹਿਣ ਲੱਗਾ ਗੁਰੂ ਜੀ ਜਿਹੜੀ ਚਤਰੰਗਨੀ ਸੈਨਾ ਮੈਂ ਕਿੱਥੋਂ ਤੱਕ ਹੋਰ ਗਿਣਤੀ, ਇਹ ਤਾਂ ਮੋਟੇ ਮੋਟੇ ਜੇ ਦੱਸੇ ਐ ਮਹਾਰਾਜ ਜੀ, ਗਿਣਤੀ ਨਹੀਂ ਕਰ ਸਕਦੇ ਕਿੰਨੇ ਕਿੰਨੇ ਮੇਰੀ ਚਤਰੰਗਣੀ ਸੈਨਾ ਵਿੱਚ। ਚੜ ਦੋਰੇ ਜਿਸ ਦਿਸ਼ਾ ਕੋ ਮਾਰ ਕਰੇ ਬਿਨ ਚੈਨ। ਇਹ ਜਿਹੜੀ ਸੈਨਾ ਜਦੋਂ ਚੜ ਕੇ ਦੌੜਦੀ ਆ ਨਾ ਗੁਰੂ ਜੀ, ਜਿਸ ਪਾਸੇ ਜਾਂਦੀ ਆ ਬਸ ਉਹਨੂੰ ਮਾਰ ਕੇ ਲਥੇਰ ਪਥੇਰ ਕਰ ਦਿੰਦੀ ਹੈ। ਜਿਸ ਪਾਸੇ ਦਾ ਮਤਲਬ ਜਿਸ ਬੰਦੇ ਤੇ। ਇੰਨੀ ਵੱਡੀ ਸੈਨਾ ਕੱਲੇ ਬੰਦੇ ਤੇ ਹੀ ਚੜ ਕੇ ਆਉਂਦੀ ਆ, ਮਨੁੱਖ ਤੇ ਹੀ। ਤੇ ਜਿਸ ਤੇ ਚੜ ਕੇ ਆ ਜਾਏ, ਇਹਦੇ ਤੋਂ ਓਪੋਜ਼ਿਟ ਇਹਨਾਂ ਨਾਲ ਲੜਨ ਵਾਸਤੇ ਵੀ ਸੂਰਮੇ ਨੇ। ਉਧਰ ਮੋਹ ਰਾਜਾ ਹੈ, ਦੂਜੇ ਪਾਸੇ ਬਵੇਕ ਰਾਜਾ ਹੈ। ਉਧਰ ਹਿੰਸਾ ਹੈ ਸੈਨਾਪਤੀ, ਦੂਜੇ ਪਾਸੇ ਸ਼ੁਭ ਗੁਣਾ ਵਾਲੇ ਪਾਸੇ ਦਇਆ ਹੈ ਸੈਨਾਪਤੀ। ਦਇਆ ਹੋਵੇਗੀ ਹਿੰਸਾ ਖਤਮ ਹੋ ਜਾਏਗੀ। ਉਧਰ ਕਾਮ ਫੌਜ ਦਾ ਸੂਰਮਾ ਹੈ, ਇਧਰ ਵਸਤੂ ਵਿਚਾਰ ਹੈ। ਉਧਰ ਕ੍ਰੋਧ ਹੈ, ਉਸ ਕ੍ਰੋਧ ਨੂੰ ਮਾਰਨ ਵਾਸਤੇ ਇਧਰ ਖਿਮਾ ਖੜੀ ਹੈ। ਇਹਨੂੰ ਕਹਿੰਦੇ ਆ ਜੰਗ, ਯੁੱਧ। ਜੇ ਕਿਤੇ ਇਸ ਯੁੱਧ ਬਾਰੇ ਤੁਸੀਂ ਪੜ੍ਹਨਾ ਹੋਵੇ ਨਾ, ਤੇ ਇੱਕ ਗ੍ਰੰਥ ਲਿਖਿਆ ਨਿਰਮਲ ਸੰਪਰਦਾਇ ਦੇ ਵਿਭੂਸ਼ਣ ਮਹਾਂਪੁਰਸ਼ ਪੰਡਤ ਗੁਲਾਬ ਸਿੰਘ ਹੋਣਾ ਨੇ। ਉਸ ਗ੍ਰੰਥ ਦਾ ਨਾਮ ਹੈ ਪ੍ਰਬੋਧ ਚੰਦਰ ਨਾਟਕ। ਜਿਹਨੂੰ ਕਵਿਤਾ ਦਾ ਗਿਆਨ ਹੈ, ਜੋ ਕਾਵ ਰੂਪ ਨੂੰ ਸਮਝਦੇ ਆ, ਉਹ ਇਸ ਨੂੰ ਪੜ੍ਹ ਸਕਦੇ ਆ। ਉਹਦੇ 'ਚ ਵਿਕਾਰਾਂ ਦੀ ਲੜਾਈ ਆ ਵੀ ਕਿਵੇਂ ਵਿਕਾਰ ਆਪਸ ਵਿੱਚ ਲੜਦੇ ਆ। ਤੋ ਇਹ ਕਹਿਣ ਲੱਗਾ ਜੀ ਇਹ ਜਿਹੜੀ ਮੇਰੀ ਸੈਨਾ ਜਦੋਂ ਚੜ੍ਹਦੀ ਆ ਨਾ, ਜਿਸ ਦਿਸ਼ਾ ਕੋ ਮਾਰ ਕਰਹਿ ਬਿਨ ਚੈਨ, ਬਸ ਫਿਰ ਤਾਂ ਚੈਨ ਨਹੀਂ ਰਹਿਣ ਦਿੰਦੇ ਉਹਨਾਂ ਦੇ ਅੰਦਰ, ਜਿਨ੍ਹਾਂ ਤੇ ਸਾਰੇ ਹਮਲਾ ਕਰ ਦੇਣ। ਚੋਪਈ
ਇਨ ਆਗੇ ਨੈ ਥਿਰ ਹੋਏ ਕੋ। ਕਹਿੰਦਾ ਜੀ ਇਹਨਾਂ ਦੇ ਅੱਗੇ ਨਹੀਂ ਕੋਈ ਥਿਰ ਹੁੰਦਾ। ਕੋਟ ਮਦੇ ਵਿਰਲਾ ਕੋ ਹੋ। ਕਰੋੜਾਂ ਵਿੱਚ ਕੋਈ ਇੱਕ ਅੱਧਾ ਵਿਰਲਾ ਹੋਵੇਗਾ ਜਿਹੜਾ ਇਹਨਾਂ ਵਿਕਾਰਾਂ ਨਾਲ ਲੜ ਕੇ ਸੂਰਮਾ ਗਿਣਿਆ ਜਾਏਗਾ। ਜਗ ਮੈਂ ਕਰੀ ਲਥੇਰ ਪਥੇਰਾ। ਕਹਿੰਦਾ ਮੇਰੇ ਇਹਨਾਂ ਸੈਨਾ ਦੇ ਬੰਦਿਆਂ ਨੇ ਸਾਰੇ ਜਗ 'ਚ ਲਥੇਰ ਪਥੇਰ ਕੀਤੀ, ਸਭ ਸੱਟੇ ਹੋਏ ਨੇ, ਸਭ ਕੱਟ ਵੱਢ ਕੇ ਡੱਕਰੇ ਡੱਕਰੇ ਕਰਕੇ ਪਾਏ ਹੋਏ ਨੇ ਜ਼ਮੀਨ ਤੇ। ਕਿਸੋਂ ਮੈਂ ਧੀਰਜ ਨੈ ਹੀਰਾ। ਕਿਸੇ 'ਚ ਧੀਰਜ ਨਹੀਂ ਰਿਹਾ। ਕੋਟ ਮਵਾਸੀ ਸਭ ਚੜ ਮਾਰੇ। ਕਹਿੰਦਾ ਵੱਡੇ ਵੱਡੇ ਕਿਲੇਦਾਰ ਅਸੀਂ ਢਾਹ ਮਾਰੇ ਹਨ। ਕੋ ਨੈ ਠਾਂਡ ਪਇਓ ਸਭ ਹਾਰੇ। ਮੇਰੀ ਇਸ ਸੈਨਾ ਦੇ ਸਾਹਮਣੇ ਨਹੀਂ ਕੋਈ ਖਲੋ ਸਕਿਆ, ਸਭ ਹਾਰ ਗਏ, ਕੋਈ ਵਿਰਲਾ ਹੀ ਬਚਿਆ। ਦੰਬ ਨਾਮ ਜੋ ਮੇਰੋ ਜੋਦਾ। ਕਹਿਣ ਲੱਗਾ ਗੁਰੂ ਜੀ ਮੇਰੇ ਜਿਹੜੇ ਯੋਧਿਆਂ ਵਿੱਚੋਂ ਸਭ ਤੋਂ ਮੈਨੂੰ ਪਿਆਰਾ ਯੋਧਾ ਹੈ ਨਾ, ਕਲਯੁਗ ਕਹਿੰਦਾ ਮੇਰੇ ਜਿੰਨੇ ਸੂਰਮੇ ਨੇ ਇਹਨਾਂ ਸੂਰਮੇ ਜਿਹੜਾ ਮੇਰਾ ਲਾਡਲਾ ਸੂਰਮਾ ਸਭ ਤੋਂ ਉਹ ਹੈ ਪਖੰਡ ਦੰਭ। ਕਹਿੰਦਾ ਉਹ ਮੇਰੇ ਸਮੇਂ 'ਚ ਬੜਾ ਪ੍ਰਬਲ ਹੈ। ਅੱਜ ਜਿਹੜਾ ਕਲਯੁਗ ਦਾ ਸਮਾਂ ਨਾ, ਅੱਜ ਦਾ ਮੈਂ ਸਵੇਰੇ ਵੀ ਕਥਾ ਵਿੱਚ ਵਿਚਾਰ ਕਰਦੇ ਸੀ, ਗੁਰੂ ਸਾਹਿਬ ਕਰਾਉਂਦੇ ਸੀ। ਦੰਭ ਪਖੰਡ ਅੱਜ ਦੇ ਸਮੇਂ ਵਿੱਚ ਇਹ ਪ੍ਰਬਲ ਆ। ਸਰ ਜਿਹਾ ਕਰਦੇ ਫਿਰ ਆਹ ਨਹੀਂ ਕਰਨਾ, ਉਹ ਹੱਥ ਨਹੀਂ ਲਾਣਾ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ। ਆਹ ਵਿਖਾਵਾ ਜਿਹਾ ਜਿਹੜਾ ਨਾ ਅੱਜ ਦੇ ਸਮੇਂ ਵਿੱਚ ਜ਼ਿਆਦਾ ਹੀ ਪ੍ਰਬਲ ਹੈ। ਜਿਹੜਾ ਇਹ ਵੱਧ ਕਰੇ ਉਹਦੀ ਵੱਧ ਪੂਜਾ। ਜਿੰਨਾ ਕੋਈ ਵੱਧ ਪਖੰਡ ਓਨਾ ਹੀ ਸਮਾਜ ਵਿੱਚ ਉਹਦਾ ਵੱਧ ਅਸਰ। ਕਹਿਣ ਲੱਗਾ ਮੇਰੇ ਸਮੇਂ ਵਿੱਚ ਇਹ ਪਖੰਡ ਜਿਹੜਾ ਇਹ ਬੜਾ ਪ੍ਰਬਲ ਹੈ, ਇਹ ਬੜਾ ਬਲੀ ਹੈ। ਕਰੀ ਦਿਗ ਵਿਜੇ ਰਿਦ ਧਰ ਕ੍ਰੋਧਾ। ਕਹਿਣ ਲੱਗਾ ਜੀ ਜਿਹੜਾ ਮੇਰਾ ਸੂਰਮਾ ਪਖੰਡ ਆ ਇਹਨੇ ਤਾਂ ਦਿਸ਼ਾਵਾਂ ਹੀ ਜਿੱਤ ਲਈਆਂ ਸਾਰੀਆਂ। ਇਹਨੇ ਦਿਗ ਵਿਜਾ ਦਾ ਮਤਲਬ ਦਿਸ਼ਾਵਾਂ ਜਿੱਤ ਲਈਆਂ ਵੱਡੀਆਂ ਵੱਡੀਆਂ। ਲੈ ਕਰ ਸੰਗ ਸਹਾਇਕ ਸੋ। ਕੱਲਾ ਪਖੰਡ ਨਹੀਂ ਗਿਆ, ਉਹਨੇ ਨਾਲ ਆਪਣੇ ਮਦਦਗਾਰ ਲਏ, ਆਪਣੇ ਸਹਾਇਕ ਲਏ ਨਾਲ। ਜੈ ਤੇ ਬਚਿਓ ਥਾਨ ਨ ਕੋ। ਤੇ ਪਖੰਡ ਨੇ ਕਿਤੇ ਕੋਈ ਜਗ੍ਹਾ ਛੱਡੀ ਨਹੀਂ, ਧਰਮ ਸਥਾਨਾਂ ਤੇ ਚਲਾ ਗਿਆ, ਤੀਰਥਾਂ ਤੇ ਚਲਾ ਗਿਆ, ਸਭ ਪਾਸੇ ਨੇ ਆਪਣਾ ਜ਼ੋਰ ਪਾ ਲਿਆ। ਇਸ ਪ੍ਰਕਾਰ ਕੀ ਮਮ ਸਿਕਦਾਰੀ। ਕਹਿੰਦਾ ਜੀ ਮੇਰੀ ਇਹੋ ਜੀ ਸਿਕਦਾਰੀ ਹੈ, ਏਦਾਂ ਦੀ ਮੈਂ ਸਿਕਦਾਰੀ ਕਰਦਾ ਗੁਰੂ ਜੀ। ਸੁਨ ਸ਼੍ਰੀ ਨਾਨਕ ਗਿਰਾ ਉਚਾਰੀ। ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਸ੍ਰੀ ਮੁਖ ਵਾਕ ਜਿਸ ਸਿਕਦਾਰੀ ਤਿਸੇ ਖੁਆਰੀ ਚਾਕਰ ਕੇ ਹੋ ਡਰਨਾ। ਜਦੋਂ ਇਹਨੇ ਆਖਿਆ ਨਾ ਜੀ ਏਦਾਂ ਦੀ ਮੇਰੀ ਸਿਕਦਾਰੀ, ਤੇ ਪਾਤਸ਼ਾਹ ਕਹਿੰਦੇ ਜਿਹੜੇ ਤੇਰੇ ਵਰਗੇ ਸਿਕਦਾਰ ਹੁੰਦੇ ਆ ਖੁਆਰੀ ਉਹਨਾਂ ਨੂੰ ਹੁੰਦੀ ਹੈ, ਜਿਹੜੇ ਹੁੰਦੇ ਆ ਚਾਕਰ ਉਹਨਾਂ ਨੂੰ ਕਾਹਦਾ ਡਰ? ਸਿਕਦਾਰਾਂ ਨੂੰ ਡਰ ਹੁੰਦਾ। ਜਿਹੜੇ ਚਾਕਰ ਨੇ ਪਰਮੇਸ਼ਰ ਦੇ, ਚਾਕਰ ਕਿਹੇ ਡਰਨਾ, ਚਾਕਰਾਂ ਨੂੰ ਕੋਈ ਡਰ ਨਹੀਂ। ਜਾਂ ਸਿਕਦਾਰੇ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ। ਕਿਉਂਕਿ ਤੇਰੇ ਵਰਗੇ ਸਿਕਦਾਰਾਂ ਨੂੰ ਜਦੋਂ ਜੰਜੀਰੀਆਂ ਪਾਈਆਂ ਜਾਂਦੀਆਂ ਤੇ ਜਿਹੜੇ ਚਾਕਰ ਨੇ ਉਹੀ ਪਾਉਂਦੇ ਆ ਫਿਰ ਜੰਜੀਰੀ ਗਲ 'ਚ, ਚਾਕਰਾਂ ਦੇ ਹੱਥੋਂ ਹੀ ਮਰਨਾ ਪੈਂਦਾ। ਇਸ ਕਰਕੇ ਤੇਰੇ ਵਰਗਿਆਂ ਨੂੰ ਚਾਕਰਾਂ ਦੇ ਹੱਥੋਂ, ਜਿਹੜੇ ਰੱਬ ਦੇ ਚਾਕਰ ਨੇ ਨਾ, ਉਹਨਾਂ ਚਾਕਰਾਂ ਦੇ ਹੱਥੋਂ ਤੈਨੂੰ ਮਰਨਾ ਪੈਣਾ ਕਲਯੁਗ। ਉਹਨਾਂ ਤੇ ਤੇਰਾ ਕੋਈ ਜ਼ੋਰ ਨਹੀਂ ਜੇ ਚੱਲਣਾ, ਚਾਕਰਾਂ ਨੂੰ ਕੋਈ ਭੈ ਨਹੀਂ। ਅਸੀਂ ਉਸ ਵਾਹਿਗੁਰੂ ਦੇ ਚਾਕਰ ਹਾਂ। ਪਾਤਸ਼ਾਹੀ ਦੀ ਵਿਆਖਿਆ ਕਰ ਰਹੇ ਹੈ। ਫਿਰ ਇਹ ਕਹਿੰਦਾ ਮਹਾਰਾਜ ਤੁਸੀਂ ਮੇਰੇ ਸਮੇਂ ਦੇ ਅਵਤਾਰ ਹੋ, ਇਹ ਰਾਜ ਤੁਸੀਂ ਮੈਨੂੰ ਦਿੱਤਾ ਤੇ ਪਾਤਸ਼ਾਹ ਮੇਰੀ ਇੱਛਾ ਹੈ ਮੈਂ ਤੁਹਾਨੂੰ ਕੁਝ ਭੇਟਾ ਕਰਾਂ। ਮਹਾਰਾਜ ਕਹਿੰਦੇ ਕੀ ਦੇਗਾ ਤੂੰ? ਕਹਿੰਦਾ ਜੀ ਮੋਤੀ ਦੇ ਮੰਦਰ ਦੇ ਦੇਣਾ ਬਣਾ ਕੇ। ਪਾਤਸ਼ਾਹ ਨੇ ਸ਼ਬਦ ਉਚਾਰਿਆ, ਸ੍ਰੀ ਰਾਗ ਮਹਾਰਾਜ ਜੀ ਦਾ ਪਹਿਲਾ ਸ਼ਬਦ ਰਾਗ ਸ੍ਰੀ ਰਾਗ ਦਾ। ਮੋਤੀ ਤਾਂ ਮੰਦਰ ਉਸਰ ਹੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀ ਪਿਆਵੈ ਚਾਓ। ਮਤ ਦੇਖ ਭੂਲਾਂ ਵੀਸਰੈ, ਤੇਰਾ ਚਿਤ ਨਾ ਆਵੈ ਨਾਓ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਓ। ਇਹ ਸ਼ਬਦ ਉਚਾਰਨ ਕਰਕੇ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਪੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਪੀਓ ਅਣਹਾਰ ਹੇ ਸੰਤ ਹੈ ਕੈ ਸਦਾ ਸੰਗ ਧਾਰਾ ਆਧਾਰ ਹੇ ਠਾਕੁਰ ਹੋਂ ਦਾਸਰੋ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਕੋਈ ਹੈ ਪਰੋ ਆਏ ਪ੍ਰਭ ਸ਼ਰਣਾਗਤੀ ਪਾਨਿਦ ਦਿਆਲ ਏਕ ਅਖਰ ਹਰ ਮਨ ਬਸਤ ਕੀ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਬੜੇ ਸੋ ਤੇਰੇ ਪਾਰ